ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਭਾਗਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪਰਵਾਨ ਗਣੀ ਸੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ RAM ਹਰ ਜਨ ਕੈ ਹਉ ਬਲ ਜਾਈ ਕੇਸਾਂ ਕਾ ਕਰ ਚਰਨ ਢੁਲਾਵਾਂ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀਉ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿਨ ਜਾਤੇ ਪੱਖਾ ਫੇਰਾ ਪਾਣੀ ਢੋਵਾਂ ਹਰ ਜਨ ਕੈ ਪੀਸਨ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਨ ਪਾਵਾਂ ਪੱਖਾ ਫੇਰਾ ਪਾਣੀ ਢੋਵਾਂ ਹਰ ਜਨ ਕੈ ਪੀਸਨ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਨ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੱਘਰ ਮਾਹੇ ਸੋਹੰਦਿਆ ਹਰ ਪਿਰ ਸੰਗ ਬੈਠੜਿਆਹ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆਹ ਮੱਘਰ ਮਾਹੇ ਸੋਹੰਦਿਆ ਹਰ ਪਿਰ ਸੰਗ ਬੈਠੜਿਆਹ ਪਤਤ ਪਾਵਨ ਭਗਤ ਵਛਲ ਦੀਨਾ ਬੰਧੂ ਸਮੁੱਚੀ ਮਾਨਵਤਾ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਏਮਾਨ ਜੁਗੋ ਜੁਗ ਅਟਲ ਸਰਬ ਕਲਾ ਸਮਰੱਥ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੀ ਪਾਕ ਪਵਿੱਤਰ ਛਤਰ ਛਾਇਆ ਹੇਠ ਜੁੜ ਮਿਲ ਬੈਠੀ ਅਤੇ ਸੁਭਾਏਮਾਨ ਹੋ ਰਹੀ
ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਸਤਿਗੁਰਾਂ ਜੀ ਦੀ ਬਖਸ਼ਿਸ਼ ਗੁਰ ਫਤਿਹ ਵਿੱਚ ਸਾਂਝ ਪਾ ਕਰਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਬੱਤ ਸੰਗਤ ਬੜੇ ਪ੍ਰੇਮ ਸਤਿਕਾਰ ਵਿੱਚ ਆ ਕਰਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਬੜੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ, ਜਿਸ ਬਖਸ਼ਿਸ਼ ਦੇ ਸਦਕਾ ਸੁੰਦਰ ਅੰਮ੍ਰਿਤ ਵੇਲੇ ਦਾ ਦੀਵਾਨ ਸਜਣਾ ਕੀਤਾ। ਸੱਜੇ ਹੋਏ ਦੀਵਾਨ ਦੇ ਵਿੱਚ ਆਪ ਸਰਬੱਤ ਸੰਗਤ ਪਾਵਨ ਪਵਿੱਤਰ ਮੱਘਰ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਹੀ ਆਪਣੇ ਪੂਰੇ ਪਰਿਵਾਰ ਦੇ ਸਹਿਤ ਦੂਰੋਂ ਨੇੜਿਓਂ ਬੜੇ ਉਚੇਚੇ ਤੌਰ ਤੇ ਚੱਲ ਕਰਕੇ ਪ੍ਰੇਮ ਭੇਟਾਵਾਂ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਅਰਪਣ ਕਰਕੇ ਤਨ ਮਨ ਧਨ ਦੁਆਰਾ ਸੇਵਾਵਾਂ ਕਰਦਿਆਂ ਹੋਇਆਂ, ਸਤ ਸੰਗਤ ਕਰਦਿਆਂ ਹੋਇਆਂ ਅਤੇ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਤਿੰਨਾਂ ਦੇ ਅਨੰਨ ਸੇਵਕ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਅਤੇ ਤਿੰਨਾਂ ਦੇ ਅਨੰਨ ਸੇਵਕ ਵਿਦਿਆ ਮਾਰਤੰਡ ਸ਼੍ਰੋਮਣੀ ਪੰਥ ਰਤਨ ਪਦਮ ਸ਼੍ਰੀ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਮਿੱਠੀ ਯਾਦਗਾਰ ਜੋ ਪਿਛਲੇ 2 ਦਿਨਾਂ ਤੋਂ ਕਲਗੀਧਰ ਟਰੱਸਟ ਗੁਰਦੁਆਰਾ ਜਨਮ ਅਸਥਾਨ ਸਮੁੱਚੇ ਸੇਵਾਦਾਰਾਂ ਵੱਲੋਂ ਆਪ ਗੁਰੂ ਰੂਪ ਸੰਗਤ ਦੇ ਸਹਿਯੋਗ ਸਦਕਾ ਬੜੀ ਚੜ੍ਹਦੀ ਕਲਾ ਦੇ ਸਹਿਤ ਮਨਾਈ ਜਾ ਰਹੀ ਹੈ। ਸੋ ਇਸ ਮਿੱਠੀ ਯਾਦ ਨੂੰ ਮਨਾਉਣ ਵਾਸਤੇ ਵੀ ਆਪ ਸਰਬੱਤ ਸੰਗਤ ਉਚੇਚੇ ਤੌਰ ਤੇ ਸਤਿਗੁਰਾਂ ਜੀ ਦੇ ਦਰਸ਼ਨ ਦੀਦਾਰ ਕਰਕੇ ਆਪਣਾ ਅਮੋਲਕ ਮਨੁੱਖਾ ਜਨਮ ਸਫਲ ਬਣਾ ਰਹੇ ਹੋ। ਸੋ ਹੁਣ ਇਸ ਪਵਿੱਤਰ ਅਸਥਾਨ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਹੁਣ ਸਮਾਂ ਹੋ ਚੁੱਕਾ ਹੈ। ਚੱਲ ਰਹੀ ਲੜੀਵਾਰ ਅਗਾਧ ਬੋਧ ਗੁਰਬਾਣੀ ਦੀ ਕਥਾ ਵਿਚਾਰਤਾ ਦਾ। ਸੋ ਜੋ ਪਾਵਨ ਪਵਿੱਤਰ ਮੁੱਖ ਵਾਕ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਾਡੇ ਤਾਈਂ ਬਖਸ਼ਿਸ਼ ਕੀਤਾ ਹੈ, ਸੋ ਸਤਿਗੁਰੂ ਜੀ ਕਿਰਪਾ ਕਰਨ, ਸੁਰਤੀ ਬਿਰਤੀ ਇਕਾਗਰ ਚਿੱਤ ਕਰਕੇ ਆਨੰਦਾਂ ਦੇ ਤਾਈਂ ਦੇਣ ਵਾਲੀ ਮਹਾਨ ਕਥਾ ਨੂੰ ਸਰਵਣ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ। ਸਤਿਗੁਰੂ ਜੀ ਰਹਿਮਤ ਕਰਨ, ਗੁਰਮਤਿ ਆਸ਼ੇ ਦੇ ਅਨੁਸਾਰ ਕਥਾ ਵਿਚਾਰਤਾ ਕਰਨ ਦੀ ਸੂਝੀ ਬਖਸ਼ਿਸ਼ ਕਰਨ। ਸੋ ਸੰਗਰਾਂਦ ਭਾਰਤ ਵਰਸ਼ ਦੀ ਧਰਤੀ ਦੇ ਉੱਤੇ, ਭਾਰਤ ਵਰਸ਼ ਦੇ ਵਿੱਚ ਰਹਿਣ ਵਾਲੇ ਜਿਹੜੇ ਵੱਖੋ ਵੱਖਰੇ ਧਰਮਾਂ ਦੇ ਲੋਕ ਹਨ, ਨਵੇਂ ਮਹੀਨੇ ਦੀ ਸ਼ੁਰੂਆਤੀ ਕਰਕੇ ਮਨਾਉਂਦੇ ਨੇ। ਸੰਕਰਾਂਤ 2 ਸ਼ਬਦਾਂ ਤੋਂ ਬਣਿਆ। ਸੰਕਰਾਂਤ, ਸੰਗ ਤੋਂ ਭਾਵ ਭਲੀ ਪ੍ਰਕਾਰ, ਕਰਾਂਤ ਦਾ ਮਤਲਬ ਹੁੰਦਾ ਤਬਦੀਲੀ। ਜਦੋਂ ਸੂਰਜ ਆਪਣੀ ਇੱਕ ਰਾਸ ਤੋਂ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਤਾਂ ਉਸ ਦਿਨ ਨੂੰ ਸੰਗਰਾਂਦ ਕਿਹਾ ਜਾਂਦਾ। ਸੋ ਹਿੰਦੂ ਧਰਮ ਦੇ ਵਿੱਚ ਇਸ ਦਿਨ ਨੂੰ ਸੂਰਜ ਦੀ ਪੂਜਾ ਦਾ ਦਿਨ ਆਖਿਆ ਜਾਂਦਾ। ਲੋਕਾਂ ਦੇ ਵਿੱਚ ਬੜੇ ਵਹਿਮ ਭਰਮ ਹਨ। ਅੱਜ ਦੇ ਦਿਨ ਸੂਰਜ ਦੀ ਪੂਜਾ ਕਰਦੇ ਹਨ ਤੇ ਉਹ ਫਿਰ ਆਪੋ ਆਪਣੇ ਧਰਮਾਂ ਦੇ ਅਨੁਸਾਰ
ਭਲੇ ਪੁਰਸ਼ ਦੇ ਪਾਸੋਂ ਮਹੀਨੇ ਦਾ ਫਲੋਪਦੇਸ਼ ਸਰਵਣ ਕਰਦੇ ਨੇ ਕਿ ਭਲੇ ਪੁਰਸ਼ ਦੇ ਪਾਸੋਂ ਮਹੀਨੇ ਦਾ ਫਲੋਪਦੇਸ਼ ਸਰਵਣ ਕਰਾਂਗੇ ਤੇ ਮਹੀਨਾ ਚੜ੍ਹਦੀ ਕਲਾ ਦੇ ਸਹਿਤ ਬਤੀਤ ਹੋ ਜਾਏਗਾ। ਸੋ ਇਸੇ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਮਨ ਮਤ ਤੋਂ ਹਟਾਉਣ ਵਾਸਤੇ, ਗੁਰਮਤਿ ਨੂੰ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਦ੍ਰਿੜ ਕਰਵਾਉਣ ਵਾਸਤੇ ਗੁਰੂ ਘਰ ਦੇ ਵਿੱਚ ਸੰਗਰਾਂਦ ਮਨਾਈ ਜਾਂਦੀ ਹੈ, ਜਿਸ ਦੀ ਸ਼ੁਰੂਆਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਤੁਖਾਰੀ ਰਾਗ ਦੇ ਵਿੱਚ 12 ਮਹਾਮਾਝ ਬਾਣੀ ਉਚਾਰੀ ਤੇ ਮਾਝ ਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਉਚਾਰੀ। ਸੋ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਇੱਕ ਜਗਿਆਸਾ ਸੀ ਕਿ ਮਹਾਰਾਜ ਸਾਡੇ ਹਿੰਦੂ ਭਰਾ ਮੰਦਰਾਂ ਵਿੱਚ ਜਾਂਦੇ ਨੇ, ਪੰਡਤ ਜੀ ਪਾਸੋਂ ਮਹੀਨੇ ਦਾ ਫਲੋਪਦੇਸ਼ ਸਰਵਣ ਕਰਦੇ ਨੇ ਤੇ ਸਿੱਖਾਂ ਨੂੰ ਕੀ ਉਪਦੇਸ਼ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਉਸ ਸਮੇਂ ਫਿਰ 12 ਮਹਾਮਾਝ ਬਾਣੀ ਉਚਾਰੀ, ਕਿਉਂਕਿ ਤੁਖਾਰੀ ਰਾਗ ਦੇ ਵਿੱਚ ਜੋ ਬਾਣੀ ਉਚਾਰੀ ਸੀ ਬਾਬਾ ਬੁੱਢਾ ਸਾਹਿਬ ਜੀਆਂ ਦੇ ਬੇਨਤੀ ਕਰਨ ਤੇ ਸਤਿਗੁਰਾਂ ਜੀ ਨੇ ਫਿਰ ਫਰਮਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਬਚਨ ਕਰਦੇ ਨੇ, ਸਤਿਗੁਰੂ ਜੀ ਬਾਣੀ ਬੜੀ ਮਹਿੰਗੀ ਏ, ਆਮ ਸਿੱਖ ਪੜ੍ਹ ਨਹੀਂ ਸਕਦਾ, ਜਿਹੜੇ ਪੜ੍ਹੇ ਲਿਖੇ ਅਭਿਆਸੀ ਨੇ ਉਹੀ ਜਾਣ ਸਕਦੇ ਨੇ। ਆਪ ਜੀ ਕਿਰਪਾ ਕਰੋ ਐਸੀ ਸੌਖੀ ਤੇ ਸਰਲ ਬਾਣੀ ਉਚਾਰ ਦਵੋ ਜਿਸ ਨੂੰ ਪੜ੍ਹਨ ਦੇ ਨਾਲ, ਸਰਵਣ ਕਰਨ ਦੇ ਨਾਲ ਜਦੋਂ ਮਹੀਨਾ ਆਵੇ ਤੇ ਸਿੱਖ ਬਾਣੀ ਨੂੰ ਪੜ੍ਹੇ ਸੁਣੇ, ਪੜ੍ਹਨ ਸੁਣਦੇ ਨਾਲ ਹੀ ਬਾਣੀ ਦੇ ਅਰਥ ਸਪਸ਼ਟ ਹੋ ਜਾਣ ਤੇ ਪਤਾ ਲੱਗ ਜਾਏ ਕਿ ਸਤਿਗੁਰੂ ਜੀ ਆਪ ਜੀਆਂ ਨੇ ਬਾਣੀ ਵਿੱਚ ਇਸ ਮਹੀਨੇ ਨੂੰ ਸਫਲਾ ਕਿਵੇਂ ਕਰਨਾ। ਤਾਂ ਸਤਿਗੁਰਾਂ ਜੀ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਜਿੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸੋ ਉਸ ਪਵਿੱਤਰ ਅਸਥਾਨ ਤੇ ਪਾਤਸ਼ਾਹ ਜੀਆਂ ਨੇ ਮਾਝ ਰਾਗ ਦੇ ਵਿੱਚ ਬਾਣੀ ਉਚਾਰੀ। ਤੇ ਹਰ ਇੱਕ ਗੁਰੂ ਘਰ ਦੇ ਵਿੱਚ ਜਦੋਂ ਸੰਗਰਾਂਦ ਆਉਂਦੀ ਹੈ, ਕਿਉਂਕਿ ਜਨਵਰੀ ਫਰਵਰੀ ਇਹ ਸਾਡੇ ਸਿੱਖਾਂ ਦਾ ਨਹੀਂ, ਇਹ ਜੋ ਈਸਾਈਆਂ ਦਾ ਜਿਹੜਾ ਗਰਗੋਰੀਅਨ ਕੈਲੰਡਰ ਹੈ ਇਹ ਉਸ ਦੇ ਮਹੀਨੇ ਨੇ, ਉਸ ਦੇ ਸਾਲ ਨੇ, ਉਹਨਾਂ ਦੇ ਦੇਵੀ ਦੇਵਤਿਆਂ ਦੇ ਨਾਮ ਤੇ ਸਾਲ ਨੇ। ਸੋ ਸਾਡੇ ਜਿਹੜੇ ਗੁਰਮਤਿ ਦੇ ਅਨੁਸਾਰ ਹਨ ਇਹ ਸੰਗਤ ਜੀ ਚੇਤ ਵਿਸਾਖ ਜੇਠ ਹਾੜ ਸੌਣ ਭਾਦਰੋਂ ਅੱਸੂ ਕੱਤਕ ਮੱਘਰ ਪੋਹ ਮਾਘ ਫੱਗਣ, ਇਹ ਸਾਡੇ ਗੁਰਮਤਿ ਦੇ ਅਨੁਸਾਰ ਦਿਹਾੜੇ ਨੇ ਜਿਹੜੇ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਤੇ ਰਹਿੰਦੀ ਦੁਨੀਆ ਤੱਕ ਸਿੱਖ ਸੰਗਤਾਂ ਮਨਾਉਣਗੀਆਂ। ਸੋ ਪਾਤਸ਼ਾਹ ਜੀਆਂ ਨੇ ਸਾਡੇ ਤਾਈਂ ਜੋ ਪਵਿੱਤਰ ਉਪਦੇਸ਼ ਮੱਘਰ ਮਹੀਨੇ ਦੇ ਦੌਰਾਨ ਬਖਸ਼ਿਸ਼ ਕੀਤਾ ਹੈ, ਸੋ ਆਓ ਬੜੇ ਪ੍ਰੇਮ ਦੇ ਸਹਿਤ ਆਪਣੀ ਸੁਰਤੀ ਬਿਰਤੀ ਨੂੰ ਇਕਾਗਰਚਿਤ ਕਰਕੇ ਆਨੰਦਾਂ ਦੇ ਤਾਈਂ ਦੇਣ ਵਾਲੀ ਮਹਾਨ ਕਥਾ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ। ਮੱਘਰ ਮਾਹੇ ਸੋਹੰਦੀਆ ਹਰ ਪਿਰ ਸੰਗ ਬੈਠੜਿਆਹ। ਸੋ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਹਿੱਤ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰਦੇ ਹੋਏ, ਮੱਘਰ ਮਹੀਨੇ ਦਾ ਫਲੋਪਦੇਸ਼ ਸਾਡੇ ਤਾਈਂ ਬਖਸ਼ਿਸ਼ ਕਰਦੇ ਹੋਏ ਫਰਮਾਉਂਦੇ ਨੇ ਕਿ ਮੱਘਰ ਦੇ ਮਹੀਨੇ ਦੇ ਦੌਰਾਨ ਬੜੀ ਠੰਡੀ ਤੇ ਮਿੱਠੀ ਰੁੱਤ ਹੈ। ਇਸ ਠੰਡੀ ਤੇ ਮਿੱਠੀ ਰੁੱਤ ਦੇ ਵਿੱਚ ਉਹੀ ਜੀਵ ਰੂਪ ਇਸਤਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬਾਣੀ ਦੀ ਐਸੀ ਸ਼ੈਲੀ ਬਾ ਕਮਾਲ ਕੀਤੀ ਹੈ। ਇੱਕ ਮੁਰਸ਼ਦ ਦਾ ਮੁਰੀਦ ਦੇ ਨਾਲ ਪ੍ਰੇਮ, ਇੱਕ ਇਸਤਰੀ ਦਾ ਆਪਣੇ ਪਤੀ ਦੇ ਨਾਲ ਪ੍ਰੇਮ, ਇੱਕ ਮਾਂ ਦਾ ਆਪਣੇ ਪੁੱਤਰ ਦੇ ਨਾਲ ਪ੍ਰੇਮ। ਸੋ ਇਸੇ ਤਰੀਕੇ ਦੇ ਨਾਲ ਪਾਤਸ਼ਾਹ ਜੀ ਫਰਮਾਉਂਦੇ ਨੇ, ਜੀਵ ਰੂਪ ਇਸਤਰੀ ਦੀ ਉਦਾਹਰਨ ਦਿੰਦੇ ਨੇ ਜਿਵੇਂ ਪ੍ਰਤੱਖ ਇਸਤਰੀ ਹੁੰਦੀ ਹੈ, ਆਪਣੇ ਪਤੀ ਦੇ ਨਾਲ ਕਿੰਨਾ ਪ੍ਰੇਮ ਕਰਦੀ ਹੈ। ਜੇਕਰ ਪਤੀ ਪਾਸ ਹੋਵੇ ਤਾਂ ਭਾਈ ਉਸੇ ਵਾਸਤੇ ਹਰ ਦਿਨ ਬੜਾ ਸੁਹਾਵਣਾ ਹੁੰਦਾ। ਜੇਕਰ ਪਤੀ ਨਾ ਪਾਸ ਹੋਵੇ, ਪਤੀ ਦੂਰ ਗਿਆ ਹੋਵੇ ਵਿਦੇਸ਼ਾਂ ਦੇ ਵਿੱਚ, ਤੇ ਹਰ ਜਿਹੜੀ ਠੰਡੀ ਮਿੱਠੀ ਰੁੱਤ ਸੁਹਾਵਣੀ ਹੁੰਦੀ ਆਮ ਲੋਕਾਂ ਵਾਸਤੇ, ਉਹਦੇ ਵਾਸਤੇ ਬੜੀ ਦੁਖਦਾਈ ਹੁੰਦੀ ਹੈ।
ਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਮੱਘਰ ਦੇ ਮਹੀਨੇ ਦੇ ਦੌਰਾਨ ਜਿਹੜੀ ਠੰਡੀ ਤੇ ਮਿੱਠੀ ਰੁੱਤ ਹੈ, ਸੋ ਭਾਈ ਇਸ ਠੰਡੀ ਤੇ ਮਿੱਠੀ ਰੁੱਤ ਦੇ ਵਿੱਚ ਜਿਹੜੀਆਂ ਜੀਵ ਰੂਪ ਇਸਤਰੀਆਂ ਜਿਨ੍ਹਾਂ ਨੂੰ ਸੁਹਾਗਣਾ ਕਿਹਾ ਜਾਂਦਾ, ਸੋ ਭਾਈ ਉਹੀ ਜੀਵ ਰੂਪ ਇਸਤਰੀਆਂ ਸੋਭਦੀਆਂ ਹਨ। ਹਰ ਪਿਰ ਸੰਗ ਬੈਠੜੀਆ, ਜੋ ਆਪਣੇ ਪਤੀ ਦੇ ਨਾਲ ਬੈਠੀਆਂ ਹੋਣ, ਜੋ ਆਪਣੇ ਪਤੀ ਹੋਵੇ। ਸੋ ਉਸੇ ਤਰੀਕੇ ਦੇ ਨਾਲ ਜਿਹੜੀ ਜੀਵ ਰੂਪ ਇਸਤਰੀ ਹੈ, ਜਿਸ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਵਰ ਵਸਿਆ ਹੋਇਆ, ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਕੀਤੀ ਹੋਈ ਹੈ, ਤਾਂ ਭਾਈ ਉਹਨਾਂ ਦੇ ਵਾਸਤੇ ਹਰ ਦਿਨ ਹਰ ਮਹੀਨਾ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਸੋ ਭਾਈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ, ਹੁਣ ਪਾਇਆ ਕਿਵੇਂ ਜਾਏ? ਇੱਕ ਜਗਿਆਸੂ ਇਸਤਰੀ ਨੇ ਬਾਬਾ ਫਰੀਦ ਜੀ ਦੇ ਪਾਸੋਂ ਪੁੱਛਿਆ ਬੇਨਤੀ ਕਰਕੇ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਾਉ ਕਰੀ ਜਿਤ ਵਸਾਵੈ ਕੰਤ। ਤੇ ਬਾਬਾ ਫਰੀਦ ਜੀ ਨੇ ਬੜੀ ਪਿਆਰੀ ਸਿੱਖਿਆ ਦਿੱਤੀ, ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ। ਸੋ ਭਾਈ ਨਿਵਣ ਸੋ ਅੱਖਰ, ਸੋ ਆਪਣੇ ਪਤੀ ਦੇ ਸਤ ਬਚਨੀ ਹੋਵੇ, ਕਦੇ ਵੀ ਅੱਗੇ ਨਾ ਬੋਲਦੀ ਹੋਵੇ। ਜਿਹਵਾ ਮਣੀਆਂ ਮੰਤ, ਤੇ ਰਸਨਾ ਤੋਂ ਬੜੀ ਮਿੱਠ ਬੋਲੜੀ ਹੋਵੇ। ਤਾਂ ਆਪਣੇ ਪਤੀ ਦੇ ਬਚਨਾਂ ਦੇ ਅਨੁਸਾਰ ਹੀ ਚੱਲਣ ਵਾਲੀ ਹੋਵੇ, ਆਗਿਆ ਵਿੱਚ ਰਹਿਣ ਵਾਲੀ ਹੋਵੇ। ਪਤੀ ਦੀ ਆਗਿਆ ਵਿੱਚ ਰਹਿਣਾ, ਪਤੀ ਦੇ ਹੁਕਮ ਨੂੰ ਮੰਨਣਾ, ਸੋ ਪਤੀ ਦੀ ਸੇਵਾ ਦੇ ਵਿੱਚ ਸਮਰਪਿਤ ਹੋ ਜਾਣਾ। ਜਿਹਬਾ ਮਣੀਆਂ ਮੰਤ, ਤਾਂ ਕਹਿੰਦੇ ਹਨ ਇਹੋ ਹੀ ਮੰਤਰ ਹੈ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਾਵੈ ਕੰਤ। ਕੰਤ ਕਹਿੰਦੇ ਨੇ ਪਤੀ ਨੂੰ, ਇਹ ਤਿੰਨ ਗੁਣ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਰੱਖ, ਕਿ ਹਮੇਸ਼ਾ ਪਤੀ ਦੀ ਆਗਿਆ ਮੰਨਣੀ ਹੈ, ਪਤੀ ਨੂੰ ਪਰਮੇਸ਼ਰ ਕਰਕੇ ਜਾਣਨਾ ਹੈ, ਤੇ ਬੜੇ ਮਿੱਠੇ ਬਚਨ ਬੋਲਣੇ ਨੇ, ਨਿਮਰਤਾ ਰੱਖਣੀ ਹੈ, ਉਸਦੇ ਕਹੇ ਹੋਏ ਚੰਗੇ ਬੁਰੇ ਨੂੰ ਸੁਣਨਾ ਵੀ ਪੈਣਾ। ਤੇ ਇਹੀ ਜਿਹੜੇ ਮਿੱਠ ਬੋਲੜੇ ਗੁਣ ਹਨ, ਇਹਨਾਂ ਤਿੰਨਾਂ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਤੇ ਕਮਾਈ ਕਰ, ਤਾਂ ਤੇਰਾ ਜਿਹੜਾ ਪਤੀ ਪਰਮੇਸ਼ਵਰ ਆਪੇ ਤੇਰੇ ਵੱਸ ਵਿੱਚ ਆ ਜਾਏਗਾ। ਮਤ ਹੋਦੀ ਹੋਏ ਇਹ ਆਣਾ, ਮਤ ਸਮਤ ਹੁੰਦੇ ਹੋਣ ਦੇ ਬਾਵਜੂਦ ਵੀ ਅਣਜਾਣ ਬਣ ਕੇ ਰਹਿਣਾ, ਜਿਵੇਂ ਪਤੀ ਆਖੀ ਉਵੇਂ। ਅਤੇ ਇੱਕ ਹੋਰ ਬੜਾ ਪਿਆਰਾ ਸ਼ਬਦ ਉਚਾਰਦੇ ਨੇ, ਅਣਹੋਂਦੇ ਆਪ ਵੰਡਾਏ। ਕੁਝ ਨਾ ਵੀ ਹੋਵੇ ਨਾ ਪਾਸ, ਤਾਂ ਫਿਰ ਵੀ ਭਾਈ ਜਿੰਨਾ ਕੁਝ ਵੀ ਹੋਵੇ ਉਹ ਵੀ ਭਾਈ ਵੰਡ ਕੇ ਛਕੇ। ਕੋ ਐਸਾ ਭਗਤ ਸਦਾਏ, ਸੋ ਭਾਈ ਜਿਹੜਾ ਨਾਮ ਜਪਦਾ ਵੰਡ ਕੇ ਛਕਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਸੰਕਾ ਮਨੋਂ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ। ਸੋ ਐਸੀ ਭਾਵਨਾ ਵਾਲਾ ਹੋਵੇ, ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ, ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਜੇਕਰ ਤੈਨੂੰ ਪਤੀ ਪਰਮੇਸ਼ਵਰ ਦੇ ਨਾਲ ਮਿਲਦੀ ਬੜੀ ਤਾਂਘਾ ਹੈ, ਬੜੀ ਇੱਛਾ ਹੈ, ਤਾਂ ਭਾਈ ਕਿਸੇ ਦੇ ਤਾਈਂ ਜਿਹੜੇ ਫਿੱਕੇ ਬਚਨ ਹਨ ਉਹ ਨਾ ਬੋਲੀ, ਕੌੜਾ ਨਾ ਬੋਲੀ। ਸਭਨਾ ਮਨ ਮਾਨਕ ਠਾਹਣ ਮੋਲ ਮਚਾਂਗਵਾ, ਕਿਉਂਕਿ ਸਾਰਿਆਂ ਦੇ ਜਿਹੜੇ ਮਨ ਹਨ, ਹਿਰਦੇ ਹਨ ਭਾਈ, ਮਾਨਕਾਂ ਦੇ ਨਿਆਈ ਬੜੇ ਅਮੋਲਕ ਨੇ। ਸਾਰਿਆਂ ਦੇ ਹਿਰਦਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ। ਸੋ ਇਸੇ ਵਾਸਤੇ ਭਾਈ ਸਤਿਗੁਰੂ ਜੀ ਫਰਮਾਉਂਦੇ ਹਨ, ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਅਜਿਹੀ ਕਮਾਈ ਕੀਤੀ ਏ, ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹਿ ਪਰਵਾਨਿਆ। ਸੋ ਉਹੀ ਜਿਹੜੀ ਇਸਤਰੀ ਹੈ, ਇਸ ਲੋਕ ਦੇ ਵਿੱਚ ਵੀ ਸਤਿਕਾਰੀ ਜਾਂਦੀ ਏ, ਪੇਕਿਆਂ ਦੇ ਵਿੱਚ ਵੀ ਸਤਿਕਾਰੀ ਜਾਂਦੀ ਏ, ਤੇ ਸਹੁਰੇ ਘਰ ਦੇ ਵਿੱਚ ਵੀ ਸਤਿਕਾਰੀ ਜਾਂਦੀ ਸ਼ੁਭ ਗੁਣਾਂ ਦੇ ਸਹਿਤ। ਤਾਂ ਭਾਈ ਉਹੀ ਜਿਹੜੀ ਜੀਵ ਰੂਪ ਇਸਤਰੀ ਹੈ, ਪਤੀ ਪਰਮੇਸ਼ਵਰ ਦੇ ਨਾਲ ਹੀ ਬੈਠੀ ਬੜੀ ਸ਼ੋਭਾ ਨੂੰ ਪਾਉਂਦੀ ਹੈ। ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜਿਆ। ਸੋ ਪਾਤਸ਼ਾਹ ਜੀ ਫਰਮਾਉਂਦੇ ਹਨ, ਜਿਨ੍ਹਾਂ ਜੀਵ ਰੂਪ ਇਸਤਰੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਿਆ, ਤਾਂ ਭਾਈ ਉਹਨਾਂ ਦੀ ਜਿਹੜੀ ਸੋਭਾ ਹੈ
ਕਿੱਥੋਂ ਤੱਕ ਕਰਨਾ ਕਰਾਂ। ਤਨ ਮਨ ਮੌਲਿਆ RAM ਸਿਉ ਸੰਗ ਸਾਧ ਸਹੇਲੜਿਆ ਸੋ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਸਾਧੂ ਰੂਪ ਸਖੀਆਂ ਦੇ ਨਾਲ ਸਹੇਲੜੀਆਂ ਦੇ ਨਾਲ ਤਨ ਮਨ ਜਿਨ੍ਹਾਂ ਦਾ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਦੇ ਵਿੱਚ ਸਮਰਪਿਤ ਹੋ ਗਿਆ, ਤਦਾਕਾਰ ਹੋ ਗਿਆ, ਮੋਇਆ ਗਿਆ, ਤਾਂ ਪਾਤਸ਼ਾਹ ਜੀ ਫਰਮਾਉਂਦੇ ਹਨ ਸੰਗ ਸਾਧ ਸਹੇਲੜੀਆ, ਜਿਨ੍ਹਾਂ ਜੀਵ ਰੂਪ ਇਸਤਰੀਆਂ ਦਾ, ਕਿਉਂਕਿ ਹੁਣ ਜਿਹੜੀ ਸੁਹਾਗਨ ਇਸਤਰੀ ਹੈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ, ਜੋ ਨਵੇਂ ਸਿਰੇ ਤੋਂ ਗ੍ਰਸਤੀ ਆਸ਼ਰਮ ਦੇ ਵਿੱਚ ਪ੍ਰਵੇਸ਼ ਹੋਈ ਹੈ, ਤਾਂ ਭਾਈ ਜਿਹੜੀਆਂ ਵਿਆਹੀਆਂ ਹੁੰਦੀਆਂ ਹਨ, ਸੁਹਾਗਣਾ ਹੁੰਦੀਆਂ ਹਨ, ਉਹਨਾਂ ਦੇ ਪਾਸੋਂ ਫਿਰ ਉਹਨਾਂ ਦੀ ਸੰਗਤ ਕਰਦੀ ਹੈ ਕਿ ਸਹੁਰੇ ਪਰਿਵਾਰ ਨੂੰ ਕਿਵੇਂ ਖੁਸ਼ ਕਰਨਾ ਹੈ, ਸਹੁਰੇ ਘਰ ਪਰਿਵਾਰ ਦੀ ਖੁਸ਼ੀ ਕਿਵੇਂ ਲੈਣੀ ਹੈ। ਉਸੇ ਤਰੀਕੇ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀਆਂ ਜੋ ਅਸਲ ਸੁਹਾਗਣਾ ਹਨ, ਇਹ ਭਾਈ ਸਾਧੂ ਸਤਪੁਰਸ਼ ਹਨ। ਤਾਂ ਭਾਈ ਜਿਹੜੇ ਸਾਧੂ ਸਤਪੁਰਸ਼ ਹਨ, ਇਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ। ਹੁਣ ਜਿਸ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ, ਕਿਵੇਂ ਪ੍ਰਾਪਤ ਕਰਨਾ ਤੇ ਕਿਵੇਂ ਉਸ ਦੀ ਖੁਸ਼ੀ ਲੈਣੀ, ਤਾਂ ਫਿਰ ਸਾਰੀ ਜਿਹੜੀ ਵਿਧੀ ਹੈ ਸਾਧੂ ਸਤਪੁਰਸ਼ ਦੱਸਦੇ ਨੇ। ਜਿਵੇਂ ਕਿ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ, ਤਿੰਨਾਂ ਦੇ ਪਿਆਰੇ ਅਨੰਨ ਸੇਵਕ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਪਿਆਰੀ ਤੇ ਮਿੱਠੀ ਯਾਦਗਾਰ ਵਿੱਚ ਆਪ ਸ਼ਮੂਲੀਅਤ ਕਰ ਰਹੇ ਹੋ। ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਮਹਾਰਾਜ ਉਸ ਸਮੇਂ ਜਦੋਂ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਜਦੋਂ ਨੌਕਰੀ ਕਰਦੇ ਸਨ, ਤਾਂ ਉਸ ਸਮੇਂ ਧੌਲਾ ਕੂਆਂ ਦੇ ਵਿੱਚ ਮਹਾਂਪੁਰਖਾਂ ਦੀ ਡਿਊਟੀ ਸੀ, ਤੇ ਨੌਕਰੀ ਦੇ ਦੌਰਾਨ ਹੀ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਦੀ ਸੰਗਤ ਕਰਨੀ, ਸਮੇਂ 'ਚ ਸਮਾਂ ਕੱਢ ਕਰਕੇ ਮਹਾਂਪੁਰਖਾਂ ਦੇ ਪਾਸ ਆਇਆ ਕਰਨਾ। ਚੀਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਉਹ ਪਵਿੱਤਰ ਧਰਤੀ, ਜਿਸ ਪਵਿੱਤਰ ਧਰਤੀ ਤੇ ਮਹਾਨ ਸੂਰੇ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦਾ ਆਗਮਨ ਹੋਣਾ ਕੀਤਾ, ਉਦੋਂ ਨਾਨਕਸਰ ਜੋ ਗੁਰਦੁਆਰਾ ਸਾਹਿਬ ਸੀ ਉਸ ਦੀ ਸੇਵਾ ਚੱਲ ਰਹੀ ਸੀ। ਇਹ ਗੱਲ 1956 ਦੇ ਨੇੜੇ ਤੇੜੇ ਦੀ ਹੈ। ਤਾਂ ਉਸ ਸਮੇਂ ਇੱਧਰ ਵੀ ਗੁਰਦੁਆਰਾ ਜਨਮ ਸਥਾਨ ਦਾ ਵੀ ਨੀਂਹ ਪੱਥਰ ਮਹਾਂਪੁਰਖਾਂ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਰੱਖਿਆ, ਤੇ ਦੋ ਸੇਵਾਵਾਂ ਚੱਲ ਰਹੀਆਂ ਸਨ। ਤਾਂ ਉਸ ਸਮੇਂ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀਆਂ ਨੇ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀਆਂ ਨੂੰ ਬਚਨ ਕੀਤੇ ਕਿ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀਆਂ ਦੇ ਬਚਨ ਨੇ ਕਿ ਜੋ ਪਵਿੱਤਰ ਧਰਤੀ ਜਿਸ ਨੂੰ ਅੱਜ ਆਪਾਂ ਤਪੋ ਭੂਮੀ ਬੜੂ ਸਾਹਿਬ ਦੇ ਨਾਮ ਦੇ ਨਾਲ ਜਾਣਦੇ ਹਾਂ, ਇਸ ਪਵਿੱਤਰ ਧਰਤੀ ਤੇ ਜੁਗਾਂ ਜੁਗਾਂ ਤੋਂ ਰਿਸ਼ੀ ਮੁਨੀਆਂ ਨੇ, ਰੱਬ ਦੇ ਪਿਆਰਿਆਂ ਨੇ ਬੜੀਆਂ ਭਗਤੀਆਂ ਤੇ ਆਰਾਧਨਾਵਾਂ ਕੀਤੀਆਂ ਹਨ। ਇਸ ਪਵਿੱਤਰ ਧਰਤੀ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਵੀ ਪ੍ਰਾਪਤ ਹੈ, ਪਰ ਹਜੇ ਤੱਕ ਇਸ ਧਰਤੀ ਨੂੰ ਪ੍ਰਗਟ ਨਹੀਂ ਕੀਤਾ। ਸੋ ਮਹਾਂਪੁਰਖਾਂ ਨੇ ਸਾਨੂੰ ਆਗਿਆ ਕੀਤੀ ਸੀ ਕਿ ਸਮਾਂ ਪਾ ਕਰਕੇ ਇਸ ਪਵਿੱਤਰ ਧਰਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਸਾ ਵਿਦਿਆ ਦਾ ਕੇਂਦਰ ਬਣਾਉਣਾ, ਐਸਾ ਵਿਦਿਆ ਦਾ ਕੇਂਦਰ ਸਥਾਪਿਤ ਕਰਨਾ ਜਿੱਥੇ ਲੋੜਵੰਦ ਬੱਚਿਆਂ ਨੂੰ ਦੁਨਿਆਵੀ ਦੀ ਉੱਚ ਕੋਟੀ ਦੀ ਵਿਦਿਆ ਤੇ ਉੱਚ ਕੋਟੀ ਦੀ ਅਧਿਆਤਮਿਕ ਵਿਦਿਆ ਪੜ੍ਹਾ ਕਰਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਦਸਾਂ ਦਿਸ਼ਾਵਾਂ ਦੇ ਵਿੱਚ ਸੇਵਾ ਵਾਸਤੇ ਭੇਜਣਾ, ਤਾਂ ਜੋ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਸ਼ਾਂਤੀ ਹੈ ਸਥਾਪਿਤ ਕੀਤੀ ਜਾ ਸਕੇ। ਤਾਂ ਉਸ ਸਮੇਂ ਮਹਾਂਪੁਰਖਾਂ ਦੇ ਇਹਨਾਂ ਬਚਨਾਂ ਨੂੰ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀਆਂ ਨੇ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀਆਂ ਨੂੰ ਬਚਨ ਕੀਤੇ ਕਿ ਇਕਬਾਲ ਸਿਆਂ, ਹੁਣ ਤੇਰੀ ਡਿਊਟੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਉਸ ਹਿਮਾਚਲ ਪ੍ਰਦੇਸ਼ ਦੇ ਇਲਾਕੇ ਵਿੱਚ ਲਾਈ ਹੈ, ਤੇ ਹੁਣ ਇਸ ਇਲਾਕੇ ਦੀ ਇਸ ਪਵਿੱਤਰ ਸਥਾਨ ਦੀ ਭਾਲ ਕਰ। ਤਾਂ ਮਹਾਂਪੁਰਖਾਂ ਦੇ ਬਚਨਾਂ ਨੂੰ ਮੰਨ ਕਰਕੇ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀਆਂ ਨੇ ਬਹੁਤ ਸਾਰੇ ਸਥਾਨ ਵੇਖੇ ਨੌਕਰੀ ਦੇ ਦੌਰਾਨ, ਕਿਉਂਕਿ ਫਿਰ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਫਿਰ ਸਰਵੇ ਕਰਨ ਵੀ ਜਾਇਆ ਕਰਦੇ ਸਨ ਮਹਾਂਪੁਰਖ।
ਤੇ ਉਸ ਸਮੇਂ ਮਹਾਂਪੁਰਖਾਂ ਨੇ, ਵੱਡੇ ਮਹਾਂਪੁਰਖਾਂ ਨੂੰ, ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀਆਂ ਨੂੰ, ਸੋ ਜੋ ਕਾਲਕੇ ਤੋਂ ਸ਼ਿਮਲਾ ਜਿਹੜਾ ਰੋਡ ਹੈ, ਉਸ ਸਥਾਨ ਤੇ ਜੋ ਨਿਸ਼ਾਨੀਆਂ ਮਹਾਂਪੁਰਖਾਂ ਨੇ ਦਸੀਆਂ ਸਨ, ਜੋ ਮਿਲਦੀਆਂ ਜੁਲਦੀਆਂ ਸਨ, ਉਹ ਨਿਸ਼ਾਨੀਆਂ ਵੇਖ ਕਰਕੇ ਉਹ ਸਾਰੇ ਸਥਾਨ ਵੀ ਵਿਖਾਏ। ਪਰ ਮਹਾਂਪੁਰਖਾਂ ਨੇ ਬਚਨ ਕੀਤੇ ਕਿ ਇੱਥੇ ਕਲਯੁਗ ਹੈ। ਸ਼ਿਮਲਾ ਤੇ ਕਾਲਕਾ ਰੋਡ ਤੇ ਜਿੰਨੇ ਵੀ ਸਥਾਨ ਨਾ, ਜਦੋਂ ਗਰਮੀ ਆਉਂਦੀ ਸਾਰੇ ਸ਼ਿਮਲਾ ਜਾਂਦੇ ਨੇ। ਤੇ ਮਹਾਂਪੁਰਖਾਂ ਨੇ ਆਖੇ ਇਹ ਕਲਯੁਗ ਦਾ ਪਹਿਰਾ ਇੱਥੇ ਨਹੀਂ ਆਪਾਂ, ਇਹ ਉਹ ਸਥਾਨ ਨਹੀਂ, ਉਹ ਸਥਾਨ ਜਨਮਾਂ ਜਨਮਾਂ ਤੋਂ ਜੁੱਗਾਂ ਜੁੱਗਾਂ ਤੋਂ ਸਾਧੂ ਸਤਪੁਰਸ਼ਾਂ ਨੇ ਤਪੱਸਿਆ ਕਰਕੇ ਪਵਿੱਤਰ ਕੀਤਾ। ਸੋ ਇਸੇ ਵਾਸਤੇ ਉਹ ਸਥਾਨ ਇਹ ਨਹੀਂ, ਉਹ ਸਥਾਨ ਅੱਗੇ ਜਾ ਕੇ ਪਹਾੜਾਂ ਦੇ ਵਿੱਚ, ਉਹ ਸਿਰਮੌਰ ਜਿਹੜਾ ਜ਼ਿਲ੍ਹਾ ਹੈ, ਉਸ ਦੀ ਤਹਿਸੀਲ ਪਛਾਂਦਾਂ ਦੇ ਵਿੱਚ ਇੱਕ ਬੜੂ ਸ਼ਸ਼ੇਰਾ ਨਾਮ ਦਾ ਪਿੰਡ ਹੈ। ਕਿਉਂਕਿ ਬੜੂ ਸਾਹਿਬ ਦਾ ਪਹਿਲਾ ਨਾਮ ਬੜੂ ਸ਼ਸ਼ੇਰਾ ਸੀ। ਤਾਂ ਉਸ ਸਮੇਂ ਮਹਾਂਪੁਰਖਾਂ ਨੇ ਬੜੀ ਖੋਜ ਕੀਤੀ, ਬੜੀ ਜਾਂਚ ਪੜਤਾਲ ਕੀਤੀ। ਮਹਾਂਪੁਰਖ ਲੱਕ ਬੰਨ੍ਹ ਕੇ ਲੱਗੇ ਰਹੇ ਮਹਾਂਪੁਰਖਾਂ ਦੇ ਬਚਨਾਂ ਨੂੰ ਕਮਾਉਣ ਵਾਸਤੇ। ਤੇ ਹੁਣ ਬੜੂ ਸਾਹਿਬ ਦੀ ਜੋ ਪਵਿੱਤਰ ਧਰਤੀ, ਉਸ ਸਮੇਂ ਠਾਕੁਰ ਜੋਗਿੰਦਰ ਸਿੰਘ ਨਾਮ ਦਾ ਵਿਅਕਤੀ ਸੀ, ਜਿਸ ਦੇ ਨਾਮ ਤੇ 500 ਏਕੜ ਦੀ ਜ਼ਮੀਨ ਸੀ, ਜਿੱਥੇ ਅੱਜ ਗੁਰਦੁਆਰਾ ਬੜੂ ਸਾਹਿਬ ਹੈ। ਤੇ ਜਿੱਥੇ ਅੱਜ ਕੱਚਾ ਕੋਠਾ ਸਾਹਿਬ ਬੜੂ ਸਾਹਿਬ, ਨਾਲ ਹੀ ਸੰਗਤ ਜੀ ਇੱਕ ਅਖਰੋਟ ਦਾ ਦਰਖਤ ਹੈ, ਬੜਾ ਪੁਰਾਤਨ ਹੈ। ਤੇ ਉਸ ਦਰਖਤ ਦੇ ਹੇਠਾਂ ਉਸ ਇਲਾਕੇ ਦੇ ਵਿੱਚ ਜਿੰਨੇ ਵੀ ਕਹਿੰਦੇ ਕਹਾਉਂਦੇ ਸਾਧੂ ਸਤਪੁਰਸ਼ ਸਨ, ਕਿਉਂਕਿ ਕੁਦਰਤੀ ਚਸ਼ਮਾ ਵੀ ਉੱਥੇ ਵਗਦਾ, ਅੱਜ ਵੀ ਚਸ਼ਮਾ ਜਿਉਂਦਾ ਤਿਉਂ ਬਰਕਰਾਰ ਹੈ। ਉਸ ਚਸ਼ਮੇ ਦੇ ਵਿੱਚੋਂ ਪਾਣੀ ਪੀਂਦੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਤੇ ਤਪੱਸਿਆ ਕਰਕੇ ਉਸ ਸਥਾਨ ਨੂੰ ਪਵਿੱਤਰ ਕਰਦੇ। ਤੇ ਉਸ ਸਮੇਂ ਇੱਕ ਸਾਧੂ ਆਇਆ ਤੇ ਜੋਗਿੰਦਰ ਸਿੰਘ ਦਾ ਬੜਾ ਸੁਭਾਅ ਸੀ ਕਿ ਜਿਹੜਾ ਵੀ ਉੱਥੇ ਕੋਈ ਰੱਬ ਦਾ ਪਿਆਰਾ ਆਉਣਾ, ਉਹਦੀ ਸੇਵਾ ਵੀ ਬੜੀ ਕਰਦਾ ਸੀ। ਤੇ ਸੇਵਾ ਕਰਨੀ, ਤੇ ਕੈਸਾ ਪੂਰਨ ਬ੍ਰਹਮ ਗਿਆਨੀ ਆਇਆ ਤੇ ਪ੍ਰਸ਼ਾਦਾ ਲੈ ਕਰਕੇ ਉਸ ਦੀ ਸੇਵਾ ਵਿੱਚ ਗਿਆ ਠਾਕੁਰ ਜੋਗਿੰਦਰ ਸਿੰਘ। ਤੇ ਸਾਧੂ ਸਤਪੁਰਸ਼ ਨੂੰ ਬੇਨਤੀ ਕੀਤੀ ਕਿ ਪ੍ਰਸ਼ਾਦਾ ਛਕੋ। ਤੇ ਸਾਧੂ ਸਤਪੁਰਸ਼ ਨੇ ਜਦੋਂ ਅੱਖਾਂ ਖੋਲੀਆਂ ਤੇ ਜੋਗਿੰਦਰ ਸਿੰਘ ਨੂੰ ਵੇਖਿਆ ਤੇ ਕਹਿਣਾ ਕੀਤਾ, ਤੂੰ ਇਸ ਸਥਾਨ ਤੇ ਨਹੀਂ ਹੁਣ ਰਵੇਂਗਾ। ਇਹ ਸਥਾਨ ਗੁਰੂ ਨਾਨਕ ਦੇ ਘਰ ਦਾ, ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖਤ ਬਚਨ ਕਰ ਦੇਣਾ ਕੀਤੇ ਕਿ ਇਸ ਅਸਥਾਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਧੂ ਸਤਪੁਰਸ਼ ਆਪਣੇ ਕਰ ਕਮਲਾਂ ਦੇ ਨਾਲ ਨੀਂਹ ਪੱਥਰ ਰੱਖਣਗੇ ਤੇ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਸਾ ਦੁਨਿਆਵੀ ਤੇ ਅਧਿਆਤਮਿਕ ਵਿਦਿਆ ਦਾ ਸੁਮੇਲ, ਐਸਾ ਵਿਦਿਅਕ ਅਦਾਰਾ ਪੈਦਾ ਹੋਵੇਗਾ, ਸਥਾਪਿਤ ਹੋਵੇਗਾ, ਜਿੱਥੋਂ ਬੇਅੰਤ ਹੀ ਪ੍ਰਾਣੀ ਗੁਰਮੁਖ ਪਿਆਰੇ ਆ ਕਰਕੇ ਵਿਦਿਆ ਪੜ੍ਹਨਗੇ, ਦੁਨਿਆਵੀ ਵੀ ਵਿਦਿਆ ਪੜ੍ਹਨਗੇ ਤੇ ਅਧਿਆਤਮਿਕ ਵੀ ਵਿਦਿਆ ਪੜ੍ਹ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਗੇ ਤੇ ਵਿਸ਼ਵ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਗੇ। ਤੂੰ ਇੱਥੇ ਨਹੀਂ ਰਹਿਣਾ, ਤੂੰ ਇੱਥੋਂ ਚਲੇ ਜਾਣਾ। ਤੇ ਠਾਕੁਰ ਜੋਗਿੰਦਰ ਸਿੰਘ ਨੂੰ ਗੱਲ ਚੰਗੀ ਨਹੀਂ ਲੱਗੀ। ਉਹ ਗੁੱਸੇ ਦੇ ਵਿੱਚ ਥਾਲ ਪ੍ਰਸ਼ਾਦਿਆਂ ਵਾਲਾ ਚੱਕਿਆ ਤੇ ਵਾਪਸ ਆ ਗਿਆ। ਤੇ ਘਰਦਿਆਂ ਨੇ ਸਮਝਾਇਆ ਕਿ ਏਦਾਂ ਨਹੀਂ ਬੋਲੀਦਾ, ਸਾਧੂ ਸਤਪੁਰਸ਼ਾਂ ਨੂੰ ਸਤਿਕਾਰ ਕਰੀਦਾ। ਤੇ ਘਰਦਿਆਂ ਦੇ ਸਮਝਾਉਣ ਤੇ ਦੁਬਾਰਾ ਫਿਰ ਗਿਆ ਤੇ ਉੱਥੇ ਸਾਧੂ ਸਤਪੁਰਸ਼ ਨਹੀਂ ਸਨ, ਬਚਨ ਕਰਕੇ ਅੱਗੇ ਚਲੇ ਗਏ। ਤੇ ਬਾਣੀ ਦੇ ਮਹਾਵਾਕ ਹਨ, ਭਗਤ ਮੁਖੈ ਤੇ ਬੋਲਦੇ ਸੇ ਵਚਨ ਹਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ। ਤੇ ਉਸ ਸਮੇਂ ਠਾਕੁਰ ਜੋਗਿੰਦਰ ਸਿੰਘ ਦੀ ਆਸ-ਪਾਸ ਦੇ ਇਲਾਕੇ ਦੇ ਨਾਲ, ਆਸ-ਪਾਸ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਉਸ ਸਮੇਂ ਲੋਕ ਸਨ, ਅਣਬਣ ਜੀ ਹੋ ਗਈ। ਇੰਨਾ ਤੰਗੀ ਆ ਗਈ ਤੇ ਉਸ ਸਮੇਂ ਜ਼ਮੀਨ ਵੇਚਣ ਦੇ ਵਾਸਤੇ ਉਹ ਇੱਧਰ ਉੱਧਰ ਫਿਰਨ ਲੱਗਾ। ਉਸਨੇ ਨਾਹਣ ਜਾਣ ਦਾ ਫੈਸਲਾ ਕਰ ਲਿਆ ਕਿ ਮੈਂ ਨਾਹਣ ਜਾਣਾ। ਤੇ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਬੜੇ ਪਿਆਰੇ ਬਚਨ ਕਰਦੇ ਨੇ, ਕਹਿੰਦੇ ਵੇਖ ਲਓ ਸਾਧੂ ਪੂਰਨ ਬ੍ਰਹਮ ਗਿਆਨੀ, ਸਾਰੀ ਚੋਜ ਸਾਰੀ ਕਲਾ ਉਹਨਾਂ ਨੂੰ ਪਤਾ ਹੁੰਦੀ ਕਿਹੜੀ ਕਿੱਥੇ ਵਰਤਣੀ ਹੈ, ਪਰ ਫਿਰ ਵੀ ਆਪਣੇ ਆਪ ਨੂੰ ਨਾ ਪ੍ਰਗਟ ਨਹੀਂ ਕਰਦੇ, ਹਮੇਸ਼ਾ ਗੁਪਤ ਹੀ ਰਹਿੰਦੇ ਨੇ, ਵਡਿਆਈ ਕਿਸੇ ਹੋਰ ਨੂੰ ਦਿੰਦੇ ਨੇ। ਤੇ ਇਸੇ ਤਰ੍ਹਾਂ ਦੇ ਨਾਲ ਜਦੋਂ ਮਹਾਂਪੁਰਖ ਇਸ ਸਮੇਂ ਇਧਰਲੇ ਪਾਸੇ ਚੀਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮਹਾਨ ਕਾਰਜ ਕਰ ਰਹੇ ਸਨ, ਗੁਰਦੁਆਰਾ ਜਨਮ ਸਥਾਨ ਵੀ ਬਣ ਰਿਹਾ ਤੇ ਨਾਨਕਸਰ ਦੀ ਵੀ ਕਾਰ ਸੇਵਾ ਚੱਲ ਰਹੀ ਹੈ। ਤੇ ਉਸ ਸਮੇਂ ਮਹਾਂਪੁਰਖਾਂ ਨੇ ਫਿਰ
ਵੱਡੇ ਮਹਾਂਪੁਰਖਾਂ ਦੇ ਬਚਨਾਂ ਨੂੰ ਯਾਦ ਕਰਕੇ ਵੇਖੋ, ਉਧਰ ਉਸਨੇ ਜ਼ਮੀਨ ਵੇਚਣੀ ਹੈ ਠਾਕੁਰ ਜੋਗਿੰਦਰ ਸਿੰਘ ਨੇ, ਪਰ ਮਹਾਂਪੁਰਖਾਂ ਨੂੰ ਅੰਤਰਜਾਮਤਾ ਹੈ। ਤੇ ਮਹਾਂਪੁਰਖਾਂ ਨੇ ਫਿਰ ਇੱਕ ਸੇਵਕ ਜੋ ਧੌਲਾ ਕੂਆਂ ਵਿਖੇ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀਆਂ ਦੇ ਪਾਸ ਭੇਜਿਆ ਤੇ ਬਚਨ ਕੀਤੇ ਕਿ ਇੱਥੇ ਸਿਰਮੌਰ ਇਲਾਕੇ ਦਾ ਜਿਹੜਾ ਤਹਿਸੀਲ ਹੈ, ਉੱਥੇ ਬੜੂ ਸ਼ਸ਼ੇਰਾ ਨਾਮ ਦਾ ਪਿੰਡ ਹੈ, ਉਹ ਤੁਸੀਂ ਜ਼ਮੀਨ ਜ਼ਰੂਰ ਵੇਖ ਕੇ ਆਓ। ਸਾਨੂੰ ਲੱਗਦਾ ਕਿ ਉਹੀ ਜ਼ਮੀਨ ਹੈ ਜਿਸ ਪਵਿੱਤਰ ਜ਼ਮੀਨ ਦੇ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਨੇ ਚਰਨ ਪਾਏ ਨੇ, ਜਿੱਥੇ ਜੁਗਾਂ ਜੁਗਾਂ ਤੋਂ ਸਾਧੂ ਸਤਪੁਰਸ਼ਾਂ ਨੇ, ਰਿਸ਼ੀ ਮੁਨੀਆਂ ਨੇ ਤਪੱਸਿਆ ਕੀਤੀ ਹੈ। ਤੇ ਜਿਸ ਅਸਥਾਨ ਬਾਰੇ ਵੱਡੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਬਚਨ ਕਰਿਆ ਕਰਦੇ ਸਨ, ਤੁਸੀਂ ਵੇਖ ਕੇ ਜ਼ਰੂਰ ਆਓ। ਤੇ ਮਹਾਂਪੁਰਖਾਂ ਦੇ ਬਚਨ ਮਿਲਣ ਦੀ ਦੇਰ ਹੀ ਸੀ, ਨਾਲ ਦੀ ਨਾਲ ਹੀ ਮਹਾਂਪੁਰਖਾਂ ਨੇ ਉਸ ਸਮੇਂ ਸੰਗਤ ਜੀ ਬੜੂ ਸਾਹਿਬ ਕੋਈ ਸੜਕ ਨਹੀਂ ਸੀ ਜਾਂਦੀ ਹੁੰਦੀ, ਪਹਾੜੀ ਇਲਾਕਿਆਂ ਤੋਂ ਪਹਾੜ ਚੜ੍ਹ ਚੜ੍ਹ ਕੇ 5-5 ਹਜ਼ਾਰ ਫੁੱਟ ਦੇ ਪਹਾੜੀਆਂ ਇਲਾਕਿਆਂ ਨੂੰ ਚੜ੍ਹ ਕੇ ਮਹਾਂਪੁਰਖਾਂ ਨੇ ਜਾਣਾ, ਫਿਰ ਪਹਾੜ ਚੜ੍ਹਨਾ, ਫਿਰ ਪਹਾੜ ਉਤਰਨਾ। ਅੱਜ ਤਾਂ ਜਾਣਾ ਬੜਾ ਸੌਖਾ ਹੋਇਆ ਪਿਆ ਗੱਡੀਆਂ ਕਰਕੇ, ਸੜਕ ਬਣ ਕਰਕੇ, ਪਰ ਉਦੋਂ ਸੜਕ ਨਹੀਂ ਸੀ ਹੁੰਦੀ। ਤੇ ਮਹਾਂਪੁਰਖਾਂ ਨੇ ਬੜੀ ਖੇਚਲ ਮਸ਼ੱਕਤ ਕਰਕੇ ਜਾਣਾ। ਤੇ ਉਸ ਸਮੇਂ ਜਿਸ ਵਕਤ ਠਾਕੁਰ ਜੋਗਿੰਦਰ ਸਿੰਘ ਦੇ ਖੇਤਾਂ ਦੇ ਵਿੱਚ ਪਹੁੰਚੇ ਤੇ ਉਸ ਸਮੇਂ ਸਾਰਾ ਰਾਬਤਾ ਉਹਨਾਂ ਦੇ ਨਾਲ ਕੀਤਾ ਤੇ ਉਹਨਾਂ ਨੇ ਫਿਰ ਆਪਣੇ ਮੋਢੇ ਤੇ ਬੰਦੂਕ ਰੱਖੀ ਤੇ ਮਹਾਂਪੁਰਖਾਂ ਦੇ ਤਾਈਂ ਸਾਰੇ ਅਸਥਾਨ ਵਿਖਾਏ। ਤੇ ਜਿਹੜੀਆਂ ਨਿਸ਼ਾਨੀਆਂ ਮਹਾਂਪੁਰਖਾਂ ਨੇ ਦੱਸੀਆਂ, ਸਾਨੂੰ ਨਿਸ਼ਾਨੀਆਂ ਵੇਖੀਆਂ ਤੇ ਖੁਸ਼ ਹੋਏ, ਪਰ ਫਿਰ ਵੀ ਚੰਗੀ ਤਰ੍ਹਾਂ ਕਨਫਰਮ ਕਰਨ ਵਾਸਤੇ ਠਾਕੁਰ ਜੋਗਿੰਦਰ ਸਿੰਘ ਉੱਚੀ ਥਾਂ ਤੇ ਲੈ ਗਿਆ। ਉੱਚੀ ਥਾਂ ਤੇ ਮਹਾਂਪੁਰਖਾਂ ਨੂੰ ਸਾਰੀ ਆਪਣੀ ਜ਼ਮੀਨ ਵਿਖਾਈ ਤੇ 5 ਨਿਸ਼ਾਨੀਆਂ ਫਿਰ ਮਹਾਂਪੁਰਖਾਂ ਨੇ ਚੰਗੀ ਤਰ੍ਹਾਂ ਜਦੋਂ ਦਿਖਾਈ ਦਿੱਤੀਆਂ ਤੇ ਮਹਾਂਪੁਰਖਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ। ਤੇ ਇੰਨੀ ਖੁਸ਼ੀ ਆਈ ਤੇ ਉਸ ਸਮੇਂ ਮਹਾਂਪੁਰਖਾਂ ਨੇ ਫਿਰ ਇੱਧਰ ਧੌਲ ਕੂਆਂ ਵਿਖੇ ਪਹੁੰਚ ਕਰਕੇ, ਸੋਲਣ ਵਿਖੇ ਪਹੁੰਚ ਕਰਕੇ ਸੋ ਇੱਕ ਤਾਰ ਦੇ ਰਾਹੀਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਜੋ ਆਪ ਜੀ ਬਚਨ ਕਰਦੇ ਸੀ ਉਸ ਦੇ ਅਨੁਸਾਰ ਉਹੀ ਥਾਂ ਮਿਲ ਚੁੱਕੀ, ਆਪ ਜੀ ਕਿਰਪਾ ਕਰੋ। ਤੇ ਮਹਾਂਪੁਰਖ ਉਸ ਸਮੇਂ ਲੱਕ ਬੰਨ੍ਹ ਕਰਕੇ ਸੇਵਾ ਇੱਧਰ ਵੀ ਚੱਲ ਰਹੀ ਸੀ ਤੇ ਉਸ ਸਮੇਂ ਮਹਾਂਪੁਰਖ ਸੋਲਣ ਆ ਗਏ ਤੇ ਠਾਕੁਰ ਜੋਗਿੰਦਰ ਸਿੰਘ ਨੂੰ ਵੀ ਫਿਰ ਇੱਥੇ ਸੋਲਣ ਹੀ ਬੁਲਾ ਲਿਆ। ਤੇ ਜਿੰਨੇ ਵੀ ਉਸਨੇ ਕੀਮਤ ਮੰਗੀ ਤੇ ਮਹਾਂਪੁਰਖਾਂ ਨੇ ਕੋਈ ਦੂਜੀ ਗੱਲ ਨਹੀਂ ਕੀਤੀ, ਕੋਈ ਨੈਗੋਸ਼ੀਏਬਲ ਨਹੀਂ, ਕੋਈ ਵੱਧ ਘੱਟ ਨਹੀਂ। ਤੇ ਨਾਲ ਦੇ ਸੇਵਾਦਾਰ ਕਹਿੰਦੇ ਸਨ ਸੰਤ ਬਾਬਾ ਇਕਬਾਲ ਸਿੰਘ ਜੀ ਮਹਾਂਪੁਰਖਾਂ ਨੂੰ ਕਿ ਮਹਾਂਪੁਰਖਾਂ ਨੇ ਵੇਖੋ ਜਿੰਨੀ ਕੀਮਤ ਮੰਗੀ ਓਨੀ ਦੇ ਦਿੱਤੀ, ਕੁਝ ਸੌਦਾ ਕਰੀਏ, ਘੱਟ ਵੱਧ ਕਰੀਏ। ਤੇ ਉਸ ਸਮੇਂ ਮਹਾਂਪੁਰਖ ਬਚਨ ਕਰਦੇ ਨੇ ਕਿ ਮੇਰਾ ਜੀ ਤਾਂ ਨਹੀਂ ਸੀ ਕਰਦਾ, ਕਿ ਮਹਾਂਪੁਰਖਾਂ ਦੀ ਮੌਜ ਹੈ, ਉਹ ਜਿਵੇਂ ਮਰਜ਼ੀ ਕਰਨ, ਸਾਡਾ ਕੰਮ ਹੈ ਮਹਾਂਪੁਰਖਾਂ ਦੇ ਹੁਕਮ ਮੰਨਣਾ, ਕਿੰਤੂ ਪਰੰਤੂ ਨਹੀਂ ਕਰਨਾ, ਕਿਉਂਕਿ ਮਤ ਹੁੰਦੀ ਹੋਏ ਆਣਾ। ਇਹ ਮਹਾਂਪੁਰਖਾਂ ਨੇ ਬਚਨ ਕਮਾਏ ਨੇ ਆਪਣੇ ਜੀਵਨ ਕਾਲ ਦੇ ਵਿੱਚ। ਤਾਂ ਪਰ ਫਿਰ ਵੀ ਕਹਿੰਦੇ ਨੇ ਮੇਰੇ ਤੇ ਕੁਝ ਉਹਨਾਂ ਦੀ ਸੰਗਤ ਦਾ ਅਸਰ ਹੋ ਗਿਆ। ਮਹਾਂਪੁਰਖ ਆਪਣੀ ਜ਼ਬਾਨੀ ਕਹਿੰਦੇ ਨੇ ਤੇ ਕਹਿੰਦੇ ਹਨ ਕਿ ਜਦੋਂ ਮੈਂ ਵੱਡੇ ਮਹਾਂਪੁਰਖਾਂ ਦੇ ਪਾਸ ਗਿਆ ਤੇ ਬੇਨਤੀ ਕੀਤੀ ਕਿ ਮਹਾਂਪੁਰਖੋ ਸੰਗਤ, ਹਜੇ ਸੰਗਤ ਸ਼ਬਦ ਹੀ ਵਰਤਿਆ ਤੇ ਮਹਾਂਪੁਰਖ ਫਿਰ ਵੀਰ ਰਸ ਵਿੱਚ ਆ ਕੇ ਕਹਿਣ ਲੱਗੇ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਨੂੰ ਕਿ ਮੂਰਖਾ ਤੂੰ ਵੀ ਉਹਨਾਂ ਨਾਲ ਰਲ ਗਿਆ ਹੁਣ, ਇਹ ਤਾਂ ਜ਼ਮੀਨ, ਇਸ ਜ਼ਮੀਨ ਦਾ ਕੋਈ ਮੁੱਲ ਹੀ ਨਹੀਂ। ਇਹ ਜ਼ਮੀਨ ਭਾਵੇਂ ਮੈਨੂੰ ਤਮਾਮ ਭਾਰਤ ਵਰਸ਼ ਦੀ, ਹਿੰਦੁਸਤਾਨ ਦੀ ਧਰਤੀ ਦੇ ਉੱਪਰ ਨੋਟ ਵਿਛਾ ਕੇ ਕਿਉਂ ਨਾ ਲੈਣੀ ਪਵੇ, ਮੈਂ ਤਾਂ ਵੀ ਲਵਾਂਗਾ। ਇਸ ਜ਼ਮੀਨ ਦੀ ਕੋਈ ਕੀਮਤ ਨਹੀਂ। ਸੋ ਇਸੇ ਵਾਸਤੇ ਬੜੀ ਪਾਕ ਤੇ ਪਵਿੱਤਰ ਜ਼ਮੀਨ ਹੈ। ਸੋ ਇਸੇ ਵਾਸਤੇ ਇਹ ਕੋਈ ਦੂਸਰੀ ਗੱਲ ਨਹੀਂ ਕਰਨੀ, ਜਿੰਨੀ ਵੀ ਕੀਮਤ ਮੰਗੇਗਾ ਇਹ ਭਾਈ ਅਸੀਂ ਉਸ ਦੀ ਕੀਮਤ ਦੇਵਾਂਗੇ ਤੇ ਖੁਸ਼ੀ ਨਾਲ ਦੇਵਾਂਗੇ। ਤੇ ਉਸ ਸਮੇਂ ਮਹਾਂਪੁਰਖਾਂ ਨੇ ਸਾਰੀ ਜਿਹੜੀ ਜ਼ਮੀਨ ਸੀ ਖਰੀਦੀ ਤੇ ਫਿਰ ਪਹਿਲੀ ਵਾਰ ਮਹਾਂਪੁਰਖ 1959 ਦੇ ਵਿੱਚ ਘੋੜੇ ਦੇ ਉੱਪਰ ਸਵਾਰ ਹੋ ਕੇ, ਕਿਉਂਕਿ ਉਦੋਂ ਕੱਚੇ ਰਸਤੇ ਸਨ, ਪਗਡੰਡੀਆਂ ਹੁੰਦੀਆਂ ਸਨ, ਪਹਾੜੀ ਇਲਾਕੇ ਦੇ ਵਿੱਚ ਰਸਤੇ ਨਹੀਂ ਸੀ ਹੁੰਦੇ। ਤੇ ਜਿੱਥੇ ਗੁਰਦੁਆਰਾ ਕੱਚਾ ਕੋਠਾ ਸਾਹਿਬ ਹੈ, ਜਦੋਂ ਆਪ ਜੀ ਜਾਂਦੇ ਹੋ ਦਰਸ਼ਨ ਕਰਨ, ਜ਼ਰੂਰ ਦਰਸ਼ਨ ਕਰਿਆ ਕਰੋ। ਉਹ ਬੜੀ ਪਵਿੱਤਰ ਥਾਂ ਹੈ, ਬੜੀ ਅਰਾਧਨਾ ਕੀਤੀ ਮਹਾਂਪੁਰਖਾਂ ਨੇ ਉੱਥੇ। ਤੇ ਉੱਥੇ ਪਹੁੰਚੇ ਮਹਾਂਪੁਰਖ, ਘੋੜੇ ਦੇ ਉੱਪਰ ਪਹੁੰਚੇ ਤੇ ਉੱਥੇ ਪਹਿਲੀ ਵਾਰ 1959 ਦੇ ਵਿੱਚ ਟੈਂਟ ਲਾਏ। ਟੈਂਟ ਲਾ ਕਰਕੇ ਮਹਾਂਪੁਰਖਾਂ ਨੇ ਉਸ ਪਵਿੱਤਰ ਸਥਾਨ ਦਾ ਪੂਰੀ ਤਰ੍ਹਾਂ ਸਰਵੇ ਕੀਤਾ ਤੇ ਬੜੀ ਪ੍ਰਸੰਨਤਾ ਸੀ। ਤੇ ਫਿਰ ਮਹਾਂਪੁਰਖਾਂ ਨੇ ਬਚਨ ਕੀਤੇ
ਕਿ ਇਕਬਾਲ ਸਿਆਂ ਨੌਕਰੀ ਦੇ ਦੌਰਾਨ ਹਮੇਸ਼ਾ 10-15 ਦਿਨਾਂ ਬਾਅਦ ਗੇੜਾ ਜ਼ਰੂਰ ਮਾਰਨਾ। ਤੇ ਮਹਾਂਪੁਰਖਾਂ ਨੇ ਨੌਕਰੀ ਦੇ ਦੌਰਾਨ ਗੇੜਾ ਵੀ ਮਾਰਿਆ ਕਰਨਾ। ਤੇ 1960 ਦੇ ਵਿੱਚ ਫਿਰ ਬੜਾ ਵਧੀਆ ਸਥਾਨ ਮਹਾਂਪੁਰਖਾਂ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਕੱਚਾ ਕੋਠਾ ਸਥਾਪਿਤ ਕੀਤਾ। ਤੇ ਸ਼੍ਰੀ ਅਖੰਡ ਪਾਠ ਸਾਹਿਬ ਮਹਾਂਪੁਰਖਾਂ ਨੇ ਆਪ ਵਿੱਚ ਰੌਲ ਲਾਈ। ਤੇ ਸਤਿਗੁਰਾਂ ਜੀ ਦੀ ਕਿਰਪਾ ਦੇ ਸਦਕਾ ਬਾਣੀ ਆਦਿ ਤੋਂ ਮੱਧ ਤੇ ਮੱਧ ਤੋਂ ਸੰਪੂਰਨ ਨਿਰਵਿਘਨ ਭੋਗ ਪਏ। ਤੇ ਫਿਰ ਮਹਾਂਪੁਰਖਾਂ ਨੇ ਐਸੀ ਬਰਕਤ ਵਰਤਾਈ। ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਬਚਨ ਕਰਦੇ ਨੇ ਕਿ ਮੈਂ ਮਹਾਂਪੁਰਖਾਂ ਵੱਡੇ ਮਹਾਂਪੁਰਖਾਂ ਦੇ ਬਾਰੇ ਸੁਣਿਆ ਜ਼ਰੂਰ ਸੀ, ਪੜ੍ਹਿਆ ਜ਼ਰੂਰ ਸੀ, ਕਿਉਂਕਿ ਰੋਜ਼ਾਨਾ ਦਾ ਰੂਟੀਨ ਸੀ ਕਿ ਅੰਮ੍ਰਿਤ ਵੇਲੇ ਉੱਠਣਾ, ਫਿਰ ਮਹਾਂਪੁਰਖਾਂ ਦੀ ਦੱਸੀ ਹੋਈ ਜੁਗਤੀ ਦੇ ਅਨੁਸਾਰ ਫਿਰ ਮੂਲ ਮੰਤਰ ਦਾ ਅਭਿਆਸ ਕਰਨਾ, ਨੌਕਰੀ ਦੇ ਦੌਰਾਨ ਅੰਮ੍ਰਿਤ ਵੇਲੇ ਉੱਠਣਾ ਤੇ ਫਿਰ ਅਭਿਆਸ ਕਰਕੇ ਨਿਤਨੇਮ ਦਾ, ਫਿਰ ਨਿਤਨੇਮ ਕਰਨਾ, 5 ਬਾਣੀਆਂ ਦਾ, 5 ਗ੍ਰੰਥੀ ਦਾ ਕਰਨਾ। ਤੇ ਫਿਰ ਮਹਾਂਪੁਰਖਾਂ ਨੇ ਫਿਰ ਜਾ ਕੇ ਆਪਣੇ ਕਿਸੇ ਕਾਰਜ ਵਾਸਤੇ ਜਾਣਾ। ਤੇ ਰਾਤ ਨੂੰ ਜਦੋਂ ਆਉਣਾ ਤੇ ਫਿਰ ਲਿਟਰੇਚਰ ਪੜ੍ਹਨਾ, ਰਹਿਰਾ ਸਾਹਿਬ ਕਰਨੀ, ਕੀਰਤਨ ਸੋਹਿਲਾ ਸਾਹਿਬ ਕਰਕੇ ਰਾਤ ਨੂੰ ਫਿਰ ਬਰਾਜਣਾ। ਇਹ ਮਹਾਂਪੁਰਖਾਂ ਦਾ ਡੇਲੀ ਦਾ ਸ਼ਡਿਊਲ ਸੀ ਨੌਕਰੀ ਦੇ ਦੌਰਾਨ। ਇਹ ਸਾਡੇ ਤਾਈਂ ਵੀ ਸਿੱਖਿਆ ਬਣਦੀ ਹੈ ਕਿ ਜਿੰਨੇ ਵੀ ਸਾਡੇ ਭੈਣ ਭਰਾ ਮਾਈਆਂ ਹਨ ਨੌਕਰੀਆਂ ਕਰਦੇ ਨੇ, ਭਾਈ ਜ਼ਰੂਰ ਇਹ ਮਹਾਂਪੁਰਖਾਂ ਦਾ ਬਚਨ ਹਿਰਦੇ ਵਿੱਚ ਕਮਾਈਏ। ਤੇ ਹੁਣ ਉਹਨਾਂ ਮਹਾਂਪੁਰਖਾਂ ਨੇ ਜਦੋਂ ਪੜ੍ਹਿਆ ਸੀ ਜੀਵਨ, ਘਰ ਦੇ ਵਿੱਚ ਜਦੋਂ ਸੰਗਤਾਂ ਮਹਾਂਪੁਰਖਾਂ ਨੂੰ ਸੱਦਦੀਆਂ ਤੇ ਮਨ ਦੇ ਵਿੱਚ ਹਿਸਾਬ ਲਾਉਂਦੀਆਂ ਕਿ 4-5 ਜਾਣੇ ਆਉਣਗੇ ਵੱਧ ਤੋਂ ਵੱਧ ਤੇ ਪ੍ਰਸ਼ਾਦਾ ਮਹਾਂਪੁਰਖਾਂ ਦੀ ਸੇਵਾ ਕਰਾਂਗੇ, ਪਰ ਮਹਾਂਪੁਰਖਾਂ ਦੇ ਨਾਲ ਬੇਅੰਤ ਸੰਗਤਾਂ ਹੋਣੀਆਂ। ਮਹਾਂਪੁਰਖਾਂ ਨੇ ਬਚਨ ਕਰਨੇ ਕਿ ਇਸ ਲੰਗਰ ਦੇ ਉੱਪਰ, ਪ੍ਰਸ਼ਾਦਿਆਂ ਦੇ ਟੋਕਰੇ ਦੇ ਉੱਪਰ ਭਾਈ ਚਿੱਟਾ ਕਪੜਾ ਪਾ ਦੇਣਾ ਕਰੋ, ਗੁਰੂ ਨਾਨਕ ਕਿਰਪਾ ਕਰੇਗਾ। ਚੁੱਚਰ ਮੂਲ ਨਾ ਥੜਿੰਦੋ ਜੁੱਚਰ ਆਪ ਕਿਰਪਾਲ, ਸ਼ਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ। ਤੇ ਕਦੀ ਵੀ ਪ੍ਰਸ਼ਾਦਾ ਕਦੀ ਟੋਟਾ ਨਹੀਂ ਸੀ ਆਉਂਦਾ, ਵਾਧੇ ਨਹੀਂ ਸੀ ਪੈਂਦਾ। ਸਾਰੀਆਂ ਸੰਗਤਾਂ ਰੱਜ ਕੇ ਛਕਿਆ ਕਰਦੀਆਂ ਸਨ, ਪਰ ਫਿਰ ਵੀ ਪ੍ਰਸ਼ਾਦਾ ਵੱਧ ਜਾਂਦਾ ਸੀ। ਇਹ ਕਹਿੰਦੇ ਹਨ ਕਿ ਮੈਂ ਜੀਵਨ ਦੇ ਵਿੱਚ ਪੜ੍ਹਿਆ ਜ਼ਰੂਰ ਸੀ, ਪਰ ਪ੍ਰਤੱਖ ਕਰਕੇ ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਜਦੋਂ ਪਹਿਲੀ ਵਾਰ ਬੜੂ ਸਾਹਿਬ ਕੱਚਾ ਕੋਠਾ ਸਾਹਿਬ ਵਿਖੇ ਜਦੋਂ ਮਹਾਂਪੁਰਖਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਤੇ 50-60 ਪ੍ਰਾਣੀਆਂ ਦਾ ਅੰਦਾਜ਼ਾ ਲਾ ਕੇ ਲੰਗਰ ਤਿਆਰ ਕੀਤਾ ਤੇ ਪਹਾੜੀ ਇਲਾਕੇ ਵੀ ਆਏ, ਤਕਰੀਬਨ 700 ਗਿਣਤੀ ਉਹਨਾਂ ਦੀ। ਤੇ ਮਹਾਂਪੁਰਖਾਂ ਨੇ ਬਚਨ ਕੀਤੇ, ਇਕਬਾਲ ਸਿਆਂ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਾ। ਤੇ ਸੇਵਾਦਾਰ ਵੀ ਨਾਲ ਦੇ ਕਹਿਣ ਲੱਗ ਪਏ, ਮਹਾਂਪੁਰਖੋ ਪ੍ਰਸ਼ਾਦਾ ਤਾਂ ਮਹਾ 60 ਪ੍ਰਾਣੀਆਂ ਦਾ। ਤੇ ਮਹਾਂਪੁਰਖਾਂ ਨੇ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀਆਂ ਦੀ ਬਾਂਹ ਫੜ ਕੇ ਜਿੱਥੇ ਲੰਗਰ ਰੱਖੀਦਾ, ਲੰਗਰ ਦੇ ਟੋਕਰੇ ਦੇ ਪਾਸ ਬਿਠਾ ਦੇਣਾ ਕੀਤਾ ਤੇ ਬਚਨ ਕੀਤਾ ਕਿ ਕੱਪੜਾ ਪਾ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸ਼ੋਭਾ ਦੇ ਵਿੱਚ ਜੋ ਪਵਿੱਤਰ ਸ਼ਬਦ ਹੈ, ਤਿੱਚਰ ਮੂਲ ਨਾ ਥੜਿੰਦੋ ਜਿੱਚਰ ਆਪ ਕਿਰਪਾਲ, ਸ਼ਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ। ਇਹ ਪੰਕਤੀ ਦਾ ਜਾਪ ਮਹਾਂਪੁਰਖ ਕਰਦੇ ਰਹੇ। ਇਹ ਸਿੱਖਿਆ ਸਾਡੇ ਤਾਂ ਹੀ ਇੱਥੇ ਵੀ ਦਿੰਦੇ ਨੇ ਮਹਾਂਪੁਰਖ। ਮਹਾਂਪੁਰਖਾਂ ਦਾ ਜਿੰਨਾ ਵੀ ਜੀਵਨ ਹੈ ਨਾ ਸੰਗਤ ਜੀ, ਸਾਡੇ ਵਾਸਤੇ ਸਿੱਖਿਆ ਕਿ ਗੁਰੂ ਨਾਨਕ ਦੀ ਖੁਸ਼ੀ ਕਿਵੇਂ ਲਈ ਜਾਏ। ਪ੍ਰਸ਼ਾਦਾ ਆਪਾਂ ਵੀ ਵਰਤਾਉਣੇ ਆ, ਮਹਾਰਾਜ ਦੀ ਕਿਰਪਾ ਸਦਕਾ ਸਾਨੂੰ ਸੇਵਾ ਦਾ ਸੁਭਾਗ ਵਰਤਦੇ ਨੇ, ਪਰ ਅਸੀਂ ਮਿੱਸੇ ਪ੍ਰਸ਼ਾਦੇ ਛਕ ਲਓ ਜੀ, ਆਹ ਛਕ ਲਓ ਜੀ, ਦਾਲ ਭਾਈ ਏਦਾਂ ਨਹੀਂ ਕਦੇ ਵਰਤਾਈਦਾ ਪ੍ਰਸ਼ਾਦਾ। ਪ੍ਰਸ਼ਾਦਾ ਵਾਹਿਗੁਰੂ ਜੀ, ਜਲ ਵਾਹਿਗੁਰੂ ਜੀ, ਦਾਲ ਵਾਹਿਗੁਰੂ ਜੀ। ਪਰ ਜ਼ਿਆਦਾਤਰ ਸੰਗਤ ਜੀ ਆਪਾਂ ਇੱਥੇ ਗਲਤੀ ਕਰ ਜਾਂਦੇ ਆ। ਸੋ ਇਸੇ ਵਾਸਤੇ ਹਮੇਸ਼ਾ ਜਦੋਂ ਵੀ ਪ੍ਰਸ਼ਾਦਾ ਵਰਤਾਉਣਾ ਲੰਗਰ ਦੇ ਵਿੱਚ ਬੜੇ ਸਤਿਕਾਰ ਦੇ ਸਹਿਤ, ਆ ਲੰਗਰ ਹਾਲ ਦੇ ਵਿੱਚ ਮਹਾਂਪੁਰਖਾਂ ਦੀਆਂ ਪੰਗਤੀਆਂ ਵੀ ਲਿਖੀਆਂ ਹੋਈਆਂ ਨੇ ਜੋ ਮਹਾਂਪੁਰਖ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੌਰਾਨ ਹਮੇਸ਼ਾ ਸੰਗਤਾਂ ਨੂੰ ਕਰਿਆ ਕਰਦੇ ਸਨ ਕਿ ਲੰਗਰ ਵਿੱਚ ਇੱਕ ਸਾਰ ਪ੍ਰਸ਼ਾਦਾ ਵਰਤਾਉਣਾ ਤੇ ਧੀਰਜ ਦੇ ਨਾਲ ਵਰਤਾਉਣਾ। ਤੋ ਕਈ ਵਾਰ ਮੇਰੇ ਵਰਗੇ ਪ੍ਰਸ਼ਾਦਾ ਵਰਤਾਉਂਦੇ ਨੇ, ਮੂੰਹ ਤਾਂ ਹੁੰਦਾ ਤੇ ਥੱਲੇ ਕੋਈ ਹੱਥ ਕਰਦੇ ਰਹਿ ਜਾਂਦਾ, ਛੇਤੀ ਅੱਗੇ ਲੰਘ ਜਾਂਦਾ। ਸੋ ਭਾਈ ਮਹਾਂਪੁਰਖਾਂ ਨੇ ਵੇਖੋ ਕਿੱਡੀ ਸੋਹਣੀ ਜੁਗਤੀ ਦੇ ਨਾਲ ਪ੍ਰਸ਼ਾਦਾ ਵਰਤਾਇਆ ਤੇ ਜਾਪ ਕਰਦੇ ਰਹੇ। ਤੇ ਸਾਰੇ ਪਹਾੜੀ ਇਲਾਕਿਆਂ ਨੇ 700 ਸੰਗਤ ਤੇ 60 ਪ੍ਰਾਣੀ ਆਪਣੇ ਰੱਜ ਕੇ ਪ੍ਰਸ਼ਾਦਾ ਸਾਰਿਆਂ ਨੇ ਛਕਣਾ ਕੀਤਾ ਤੇ ਤ੍ਰਿਪਤ ਹੋਏ। ਤੇ ਬਾਅਦ ਵਿੱਚ ਮਹਾਂਪੁਰਖ ਬਚਨ ਕਰਦੇ ਨੇ ਪ੍ਰਸ਼ਾਦਾ ਇੰਨਾ ਵੱਧ ਗਿਆ ਕਿ 2-3 ਦਿਨ ਲਗਾਤਾਰ ਚੱਲਦਾ ਰਿਹਾ। ਸੋ ਇਹ ਮਹਾਂਪੁਰਖਾਂ ਦੀ ਬਰਕਤ ਕਹਿੰਦੇ ਸੁਣੀ ਜ਼ਰੂਰ ਸੀ। ਅੱਜ ਮਹਾਂਪੁਰਖਾਂ ਨੇ ਕਿਰਪਾ ਕਰਕੇ ਵਿਖਾ ਵੀ ਦਿੱਤੀ ਕਿ ਗੁਰੂ ਨਾਨਕ ਦਾ ਜਿਹੜਾ ਭੰਡਾਰਾ ਹੈ, ਖਜ਼ਾਨਾ ਕਿੰਨਾ ਅਖੁੱਟ ਹੈ। ਇਹੋ ਤਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ।
ਇਹ ਮਹਾਂਪੁਰਖਾਂ ਨੇ ਵਿਖਾ ਵੀ ਦਿੱਤਾ। ਤੇ ਮਹਾਂਪੁਰਖਾਂ ਨੇ ਅਕਸਰ ਹੀ ਆਪਣੀ ਨੌਕਰੀ ਦੇ ਦੌਰਾਨ 10-15 ਦਿਨਾਂ ਬਾਅਦ ਗੇੜਾ ਮਾਰਿਆ ਕਰਨਾ, ਤੇ ਉਹ ਵੀ ਚੱਲ ਕੇ 60-60 ਕਿਲੋਮੀਟਰ ਪਹਾੜੀ ਇਲਾਕੇ ਦੇ ਵਿੱਚ ਸੰਗਤ ਜੀ ਪਹਾੜੀਆਂ ਚੜ੍ਹਨੀਆਂ ਫਿਰ ਥੱਲੇ ਉਤਰਨੀਆਂ। ਇੰਨੀ ਜ਼ਿਆਦਾ ਮਹਾਂਪੁਰਖਾਂ ਨੇ ਮਸ਼ੱਕਤ ਕਰਨੀ। ਤੇ ਮਹਾਂਪੁਰਖਾਂ ਦੇ ਇੱਕ ਮੁਲਾਜ਼ਮ ਨੇ, ਜਿਸ ਦਾ ਐਗਰੀਕਲਚਰ ਡਿਪਾਰਟਮੈਂਟ ਦਾ ਜਿਹੜਾ ਮਿਨਿਸਟਰ ਹੁੰਦਾ, ਖੇਤੀਬਾੜੀ ਡਿਪਾਰਟਮੈਂਟ ਦਾ ਮਿਨਿਸਟਰ ਹਿਮਾਚਲ ਪ੍ਰਦੇਸ਼ ਦਾ, ਉਸ ਦੇ ਨਾਲ ਕਾਫੀ ਉੱਠਣੀ ਬੈਠਣੀ ਸੀ। ਤੇ ਉਹਨੇ ਮਹਾਂਪੁਰਖਾਂ ਦੀ ਸ਼ਿਕਾਇਤ ਕਰਤੀ ਕਿ ਜੋ ਮਿਸਟਰ ਸਿੰਘ ਸਾਹਿਬ ਇਕਬਾਲ ਸਿੰਘ ਜੀ ਕਿੰਗਰਾ ਹਨ, ਉਹ ਬੜੂ ਪਿੰਡ ਦੇ ਵਿੱਚ ਬੜਾ ਜਾਂਦੇ ਨੇ, 10-15 ਦਿਨਾਂ ਬਾਅਦ ਜਾਂਦੇ ਹੀ ਜਾਂਦੇ ਨੇ, ਤੇ ਉਹਨੂੰ ਮਾੜਾ ਜਿਹਾ ਆਖੋ। ਤੇ ਉਸ ਸਮੇਂ ਜੋ ਐਗਰੀਕਲਚਰ ਦੇ ਡਾਇਰੈਕਟਰ ਸਨ, ਉਹ ਮਹਾਂਪੁਰਖਾਂ ਦੇ ਬੜੇ ਪ੍ਰੇਮੀ ਸਨ, ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਸਨ, ਗੁਰਮੁਖ ਪਿਆਰੇ ਸਨ। ਜਦੋਂ ਖੇਤੀਬਾੜੀ ਦੇ ਡਿਪਾਰਟਮੈਂਟ ਨੇ, ਅਫਸਰ ਨੇ, ਮਿਨਿਸਟਰ ਨੇ ਜਦੋਂ ਚਿੱਠੀ ਲਿਖੀ ਕਿ ਇਹਨਾਂ ਦੀ ਜਿਹੜੀ ਡਿਊਟੀ ਹੈ, ਇਹ ਦਦਾਹੂ ਪਿੰਡ ਦੇ 5-7 ਪਿੰਡਾਂ ਦੇ ਵਿੱਚ ਹੀ ਕੰਮ ਕਰਨਗੇ, ਇੱਥੇ ਹੀ ਸਰਵੇ ਕਰਨ ਜਾਣਗੇ, ਹੋਰ ਕਿਤੇ ਤੀਜੀ ਥਾਂ 'ਤੇ ਨਹੀਂ ਜਾਣਗੇ। ਇਹ ਜਦੋਂ ਲੈਟਰ ਆਇਆ ਤੇ ਐਗਰੀਕਲਚਰ ਦੇ ਡਾਇਰੈਕਟਰ ਨੇ ਫਿਰ ਮਹਾਂਪੁਰਖਾਂ ਨੂੰ ਆਖਿਆ ਕਿ ਤੁਹਾਡੇ ਨਾਲ ਜਿਹੜੇ ਖੇਤੀਬਾੜੀ ਦੇ ਮਿਨਿਸਟਰ ਨੇ ਬੜੇ ਨਾਰਾਜ਼ ਨੇ, ਕਿਸੇ ਨੇ ਕੋਈ ਚੁਗਲੀ ਕੀਤੀ, ਸ਼ਿਕਾਇਤ ਕੀਤੀ ਹੈ, ਤੇ ਇਸੇ ਕਰਕੇ ਤੁਹਾਡੇ ਨਾਲ ਨਾਰਾਜ਼ ਹਨ ਤੇ ਤੁਹਾਡੀ ਡਿਊਟੀ ਇੱਥੇ ਲਾਤੀ। ਤੇ ਮਹਾਂਪੁਰਖਾਂ ਦੀ ਸੇਵਾ ਵਿੱਚ ਇੰਨੇ ਸਮਰਪਿਤ ਸਨ, ਕਹਿੰਦੇ ਇਹ ਗੱਲ ਤੇ ਮੈਂ ਅਸਤੀਫਾ ਹੀ ਦੇ ਦੇਣਾ। ਫਿਰ ਜੇ ਮੇਰੇ ਨਾਲ ਨਾਰਾਜ਼ ਨੇ, ਜੇ ਮੇਰੇ ਨਾਲ ਖਤਾ ਹਨ, ਜੇ ਮੇਰੇ ਨਾਲ ਕਿਸੇ ਨੂੰ ਇੰਨੀ ਈਰਖ ਹੈ, ਤੇ ਮੈਂ ਸਾਰੇ ਕੰਮਾਂ ਦੇ ਨਾਲੋਂ ਆਪਣਾ ਅਸਤੀਫਾ ਹੀ ਦੇ ਦੇਣਾ, ਰਿਜ਼ਾਈਨ ਹੀ ਦੇ ਦੇਣਾ। ਫਿਰ ਜੇ ਮੇਰੇ ਤੋਂ ਇੰਨਾ ਕੋਈ ਦੁਖੀ ਹੈ। ਇਹ ਮਹਾਂਪੁਰਖਾਂ ਦੇ ਵੇਖੋ ਕਿੰਨਾ ਤਿਆਗ ਸੀ। ਨਹੀਂ ਤਾਂ ਨੌਕਰੀ ਬਦਲੇ ਸੰਗਤ ਜੀ, ਸਰਕਾਰੀ ਨੌਕਰੀ ਤਾਂ ਅੱਜ ਮਿਲਦੀ ਨਹੀਂ ਪਈ। ਉਸ ਸਮੇਂ ਦੇ ਵਿੱਚ ਵੇਖੋ ਕਿੰਨਾ ਮਹਾਂਪੁਰਖਾਂ ਦੀ ਤਿਆਗ ਭਾਵਨਾ ਸੀ। ਤੇ ਮਹਾਂਪੁਰਖਾਂ ਦੀ ਐਸੀ ਤਿਆਗ ਭਾਵਨਾ ਨੂੰ ਵੇਖ ਕਰਕੇ ਐਗਰੀਕਲਚਰ ਦੇ ਡਾਇਰੈਕਟਰ ਨੇ ਕਹਿਣਾ ਕੀਤਾ ਕਿ ਭਾਈ ਸਾਹਿਬ ਤੁਸੀਂ ਫਿਕਰ ਨਾ ਕਰੋ, ਖੇਤੀਬਾੜੀ ਦੇ ਮਿਨਿਸਟਰ ਨੂੰ ਭਾਵੇਂ ਅਸਤੀਫਾ ਦੇ ਜਾਣਾ ਪਵੇ, ਪਰ ਤੁਹਾਡੇ ਵਰਗੇ ਗੁਰਮੁਖਾਂ ਪਿਆਰਿਆਂ ਨੂੰ ਨਹੀਂ ਕਦੀ ਅਸਤੀਫਾ ਦੇਣ ਦੀ ਲੋੜ। ਤੇ ਵੇਖੋ ਇੱਕ ਸਾਧ ਬਚਨ ਅਟਲਾਦਾ। ਤੇ ਉਸ ਸਮੇਂ ਖੇਤੀਬਾੜੀ ਮਿਨਿਸਟਰ ਦੀ ਉਸ ਸਮੇਂ ਦੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ ਕੋਈ ਅਣਬਣ ਜੀ ਹੋ ਗਈ, ਤੇ ਤੁਹਾਨੂੰ ਪਤਾ ਹੀ ਹੈ ਫਿਰ ਉਹ ਅਗਲਾ ਚੁੱਕ ਕੇ ਪਰਾਂ ਮਾਰਦਾ। ਉਸਨੇ ਫਿਰ ਖੇਤੀਬਾੜੀ ਦੇ ਮਿਨਿਸਟਰ ਨੂੰ ਹੋਰ ਅਣਬਣ ਹੋਣ ਕਰਕੇ ਉਸ ਦਾ ਫਿਰ ਰਿਜ਼ਾਈਨ ਜਿਹੜਾ ਲੈ ਲੈਣਾ ਕੀਤਾ, ਮਿਨਿਸਟਰੀ ਖੋਹ ਲਈ। ਇਸੇ ਤਰੀਕੇ ਦੇ ਨਾਲ ਮਹਾਂਪੁਰਖਾਂ ਨੇ ਸਾਰਾ ਜੀਵਨ ਬੜੂ ਸਾਹਿਬ ਦੇ ਵਿੱਚ ਮਹਾਂਪੁਰਖਾਂ ਦੇ ਬਚਨਾਂ ਨੂੰ ਕਮਾਉਂਦਿਆਂ ਗੁਜ਼ਾਰ ਦੇਣਾ ਕੀਤਾ। ਇੱਕ ਮਹਾਂਪੁਰਖਾਂ ਦੇ ਬਚਨਾਂ ਨੂੰ ਕਮਾਉਣ ਵਾਸਤੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਵੇਖੋ ਕਿ ਤਨ ਮਨ ਮੌਲਿਆ ਰਾਮ ਸਿਉ, ਸੋ ਭਾਈ ਸੰਗ ਸਾਧ ਸਹੇਲੜੀਆ ਹੈ, ਜਿਨ੍ਹਾਂ ਨੇ ਭਾਈ ਸਾਧੂ ਸਤਪੁਰਸ਼ਾਂ ਨੂੰ ਆਪਣੀਆਂ ਸਖੀਆਂ ਸਹੇਲੀਆਂ ਇਸ ਲੋਕ ਦੀਆਂ ਤੇ ਪਰਲੋਕ ਦੀਆਂ ਵੀ ਮੰਨਿਆ। ਤੇ ਭਾਈ ਜਿਨ੍ਹਾਂ ਨੇ ਐਸੇ ਸਾਧੂ ਸਤਪੁਰਸ਼ਾਂ ਦੀ ਸੰਗਤ ਨੂੰ ਮਾਣਿਆ ਹੈ, ਉਹਨਾਂ ਦਾ ਤਨ, ਉਹਨਾਂ ਦਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਰਪਿਤ ਹੋ ਗਿਆ। ਸਾਧ ਜਨਾ ਤੇ ਬਾਹਰੀ ਸੇ ਰਹਿਨ ਅਕੇਲੜਿਆਹ। ਸੋ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜੋ ਸਾਧੂ ਸਤਪੁਰਸ਼ਾਂ ਦੀ ਸੰਗਤ ਤੋਂ ਪਰੇ ਰਹਿੰਦੇ ਨੇ, ਕਦੀ ਸਾਧੂਆਂ ਦੀ ਸੰਗਤ ਨਹੀਂ ਕਰਦੇ, ਕਦੀ ਸਾਧੂ ਸਤਪੁਰਸ਼ਾਂ ਦੇ ਬਚਨ ਨੂੰ ਕਮਾਉਣ ਦਾ ਯਤਨ ਨਹੀਂ ਕਰਦੇ, ਤਾਂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਉਹ ਇਸ ਮਾਤ ਲੋਕ ਦੇ ਵਿੱਚ ਫਿਰ ਇਕੱਲੇ ਹੀ ਰਹਿ ਜਾਂਦੇ ਹਨ। ਉਹਨਾਂ ਦੇ ਤਾਂ ਹੀ ਜਿਹੜੇ ਸ਼ੁਭ ਗੁਣਾਂ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਭਾਈ ਫਿਰ ਇਕੱਲੇ ਰਹਿਣ ਕਰਕੇ ਜਿਹੜੀ ਉਹਨਾਂ ਦੀ ਅੰਤਰਾਤਮਾ ਹੈ, ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋਣ ਕਰਕੇ ਫਿਰ ਉਹਨਾਂ ਦੇ ਦੁਆਰਾ ਦਿੱਤੇ ਦੁੱਖਾਂ ਨੂੰ ਭੋਗਦੀ ਹੈ। ਤਿਨ ਦੁਖ ਨਾ ਕਬਹੂ ਉਤਰੈ, ਸੇ ਜਮ ਕੈ ਵਸ ਪੜਿਆਹ। ਤਾਂ ਭਾਈ ਐਸੀਆਂ ਜਿਹੜੀਆਂ ਜੀਵ ਰੂਪ ਇਸਤਰੀਆਂ ਹਨ, ਜੋ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਵਰ ਦੇ ਨਾਲ ਟੁੱਟੀਆਂ ਹਨ, ਜਿਨ੍ਹਾਂ ਨੇ ਕਦੀ ਸਖੀਆਂ ਸਾਧੂ ਸਤਪੁਰਸ਼ਾਂ ਦੀ ਸੰਗਤ ਨਹੀਂ ਕੀਤੀ, ਤਾਂ ਭਾਈ ਉਹਨਾਂ ਨੂੰ ਜਿਹੜੇ ਦੁੱਖ ਹਨ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਤਾਂ ਭਾਈ ਉਹਨਾਂ ਨੂੰ ਜਿਹੜੇ ਦੁੱਖ ਹਨ ਕਦੀ ਵੀ ਉਤਰਦੇ ਨਹੀਂ, ਕਦੀ ਦੁੱਖ ਦੂਰ ਨਹੀਂ ਹੁੰਦੇ, ਤੇ ਅੰਤਾਂ ਨੂੰ ਜਮ ਦੇ ਵਸ ਪੈ ਜਾਂਦੀਆਂ ਹਨ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜਿਆਹ। ਸੋ ਭਾਈ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਅਰਾਧਦਿਆਂ ਹੋਇਆਂ ਹਮੇਸ਼ਾ ਸੇਵਾ ਵਿੱਚ ਤਤਪਰ ਰਹੀਆਂ ਨੇ, ਤਾਂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜਿਨ੍ਹਾਂ ਨੇ ਰਾਵਿਆ ਭਾਵ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਅਰਾਧਿਆ ਹੈ,
ਉਸ ਪ੍ਰਭੂ ਨੂੰ ਸੇ ਦਿਸਨ ਨਿਤ ਖੜਿਆਹ। ਤਾਂ ਭਾਈ ਇਸ ਲੋਕ ਦੇ ਵਿੱਚ ਵੀ ਤੇ ਦਰਗਾਹ ਦੇ ਵਿੱਚ ਵੀ ਭਾਈ ਜਿਹੜੀਆਂ ਸ਼ੋਭਦੀਆਂ ਹੋਈਆਂ ਸ਼ੋਭਾ ਦੇ ਸਹਿਤ ਉਹ ਦਿਖਾਈ ਦਿੰਦੀਆਂ ਹਨ। ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜਿਆਹ। ਤਾਂ ਭਾਈ ਉਹਨਾਂ ਜੀਵ ਰੂਪ ਇਸਤਰੀਆਂ